ਹੈਲੋ ਸਟੂਡੈਂਟਸ, ਵੈਲਕਮ ਬੈਕ ਟੂ ਮਾਈ YouTube ਚੈਨਲ। ਇਸ ਵੀਡੀਓ ਦੇ ਵਿੱਚ ਬੱਚੇ ਅਸੀਂ ਕਲਾਸ 12th ਦਾ ਯੂਨਿਟ ਨੰਬਰ 1 ਅੰਡਰਸਟੈਂਡਿੰਗ ਬੇਸਡ ਕੁਐਸਚਨ ਡਿਸਕਸ ਕਰ ਰਹੇ ਹਾਂ। ਸੋ ਬੱਚੇ ਐਕੂਰੇਟ ਦੀ ਬੁੱਕ ਆ, ਤੁਹਾਡੀ ਡਿਮਾਂਡ ਦੇ ਉੱਪਰ ਐਕੂਰੇਟ ਦੀ ਬੁੱਕ ਜਿਹੜੀ ਡਿਸਕਸ ਕੀਤੀ ਜਾ ਰਹੀ ਆ। ਸੋ ਲਾਸਟ ਵੀਡੀਓ ਦੇ ਵਿੱਚ ਬੱਚੇ ਅਸੀਂ 32 ਅੰਡਰਸਟੈਂਡਿੰਗ ਕੁਐਸਚਨ ਜਿਹੜੇ ਆ ਡਿਸਕਸ ਕਰ ਚੁੱਕੇ ਹਾਂ। ਨੌਲੇਜ ਬੇਸਡ ਕੁਐਸਚਨ ਸੀਗੇ, ਉਹ ਸਾਰੇ ਦੇ ਸਾਰੇ ਡਿਸਕਸ ਕਰ ਚੁੱਕੇ ਹਾਂ। ਸੋ ਨੈਕਸਟ ਚੱਲਦੇ ਹਾਂ ਅਸੀਂ ਅੰਡਰਸਟੈਂਡਿੰਗ ਬੇਸਡ ਕੁਐਸਚਨ ਵਿਚ ਇਜ਼ 33rd ਨੰਬਰ ਕੁਐਸਚਨ। So at a point distance r from the center of a dipole, potential due to dipole depend on। so ਕਿਤੇ depend ਕਰਦਾ ਬੱਚੇ। ਪਹਿਲੀ ਗੱਲ ਤਾਂ ਜਿਹੜਾ r ਆ ਉਹ ਕਿਹੜੀ ਕਿਹੜੀ ਚੀਜ਼ ਤੇ depend ਕਰਦਾ, ਜਿਹੜਾ ਤੁਹਾਡਾ ਡਾਈਪੋਲ ਮੂਵਮੈਂਟ ਆ ਤੇ ਤੁਹਾਡਾ ਜਿਹੜਾ r ਆ, ਠੀਕ ਹੈ, ਡਿਸਟੈਂਸ ਆ, ਉੱਤੇ ਡਿਪੈਂਡ ਕਰਦਾ। ਦੂਸਰੀ ਕੀ ਚੀਜ਼ ਆ ਕਿ ਤੁਹਾਡੀ ਡਿਸਟੈਂਸ ਜਿਹੜੀ ਆ ਡਾਈਪੋਲ ਤੋਂ ਲੈ ਕੇ ਸੈਂਟਰ ਤੱਕ ਦੀ ਜਿਹੜੀ ਡਿਸਟੈਂਸ ਆ ਉਹ ਕਿੰਨੀ ਆ, ਮਤਲਬ ਪੀ ਪੁਆਇੰਟ ਤੁਸੀਂ ਕਿੰਨੀ ਦੂਰੀ 'ਤੇ ਰੱਖਿਆ ਹੋਇਆ ਉੱਤੇ ਡਿਪੈਂਡ ਕਰਦੀ ਆ। ਸੋ ਏ ਔਰ ਬੀ ਬੋਥ ਆਰ ਕਰੈਕਟ। ਇਹਦਾ ਮਤਲਬ ਡੀ ਆਪਸ਼ਨ ਜਿਹੜੀ ਆ ਤੁਹਾਡੀ ਕਰੈਕਟ ਆਪਸ਼ਨ ਹੈ। ਨੈਕਸਟ ਆ ਜਾਓ, ਵੈਨ ਵਨ ਇਲੈਕਟ੍ਰੋਨ ਇਜ਼ ਟੇਕਨ ਟੂਵਰਡਸ ਦ ਅਦਰ ਇਲੈਕਟ੍ਰੋਨ। ਮੰਨ ਲਓ ਅਸੀਂ ਇੱਕ ਇਲੈਕਟ੍ਰੋਨ ਨੂੰ ਦੂਸਰੇ ਇਲੈਕਟ੍ਰੋਨ ਦੇ ਕੋਲ ਲੈ ਕੇ ਜਾਂਦੇ ਹਾਂ, ਤਾਂ ਕਹਿੰਦੇ ਇਲੈਕਟ੍ਰਿਕ ਪੋਟੈਂਸ਼ੀਅਲ ਐਨਰਜੀ ਨੂੰ ਕੀ ਹੋਏਗਾ। ਜਦੋਂ ਵੀ ਬੱਚੇ ਦੋ ਸੇਮ ਚਾਰਜਿਸ ਨੂੰ, ਸੇਮ ਚਾਰਜ, ਵਨ ਇਲੈਕਟ੍ਰੋਨ ਮਤਲਬ ਨੈਗੇਟਿਵਲੀ ਚਾਰਜ, ਦੂਸਰਾ ਇਲੈਕਟ੍ਰੋਨ ਮਤਲਬ ਆਲਸੋ ਨੈਗੇਟਿਵਲੀ ਚਾਰਜ। ਜਦੋਂ ਦੋ ਸੇਮ ਚਾਰਜਿਸ ਨੂੰ ਅਸੀਂ ਆਪਸ ਵਿੱਚ ਕੋਲ ਲੈ ਕੇ ਆਉਂਦੇ ਹਾਂ ਤਾਂ ਇਲੈਕਟ੍ਰਿਕ ਪੋਟੈਂਸ਼ੀਅਲ ਐਨਰਜੀ ਜਿਹੜੀ ਆ ਉਹ ਇਨਕਰੀਜ਼ ਹੋ ਜਾਂਦੀ ਆ। ਸੋ ਰੀਜ਼ਨ ਦੇਖ ਲਓ, ਵੈਨ ਇਨ ਇਲੈਕਟ੍ਰੋਨ ਇਜ਼ ਬ੍ਰੌਟ ਨੀਅਰ ਅਨਦਰ ਇਲੈਕਟ੍ਰੋਨ ਦ ਵਰਕ ਹੈਜ਼ to be done against the repulsive force since like force repel each other। क्योंकि like forces आ तो repel करेंगे। this work done is stored in the form of electrostatic energy। सो आ सारा जिहड़ा work होया रिपैल करन वाला ਉਹ ਜਿਹੜਾ ਇਲੈਕਟ੍ਰੋਸਟੈਟਿਕ ਐਨਰਜੀ ਦੇ ਫਾਰਮ ਦੇ ਵਿੱਚ ਜਿਹੜਾ ਸਟੋਰ ਹੋ ਜਾਏਗਾ। ਹੈਂਸ ਦ ਇਲੈਕਟ੍ਰਿਕ ਪੋਟੈਂਸ਼ੀਅਲ ਐਨਰਜੀ ਆਫ ਦ ਸਿਸਟਮ ਇਨਕਰੀਜ਼। ਇਹ ਇੰਪੋਰਟੈਂਟ ਕੁਐਸਚਨ ਆ ਬੱਚੇ, ਤੁਹਾਡੇ ਲਾਸਟ ਜਿਹੜੇ ਪੇਪਰ ਚੱਲ ਰਹੇ ਸੀ, ਟਰਮ 1, ਟਰਮ 2, ਟਰਮ 3, ਸੌਰੀ ਟਰਮ 1 ਦੀ ਟੈਸਟ ਨੰਬਰ 1, 2, 3 ਉਹਨਾਂ ਦੇ ਵਿੱਚ ਇਹ ਕੁਐਸਚਨ ਜਿਹੜਾ ਆ ਉਹ ਆਇਆ ਹੋਇਆ। ਨੈਕਸਟ ਆ ਜਾਓ, ਵੈਨ ਅ ਪੋਜ਼ੀਟਿਵ ਚਾਰਜ ਇਜ਼ ਟੇਕਨ ਫਰੋਮ ਲੋਅਰ ਪੋਟੈਂਸ਼ੀਅਲ ਟੂ ਦ ਹਾਇਰ ਪੋਟੈਂਸ਼ੀਅਲ ਦੈਨ ਇਟਸ ਪੋਟੈਂਸ਼ੀਅਲ ਐਨਰਜੀ ਵਿਲ। ਤਾਂ ਹਮੇਸ਼ਾ ਬੱਚੇ ਜਦੋਂ ਲੋਅਰ ਟੂ ਹਾਇਰ ਜਾਏਗਾ ਤਾਂ ਇਹਦਾ ਮਤਲਬ ਚਾਰਜ ਜਿਹੜਾ ਮੂਵ ਕਰ ਰਿਹਾ ਫਰੋਮ ਵਨ ਪੁਆਇੰਟ ਟੂ ਦ ਅਨਦਰ ਪੁਆਇੰਟ, ਇਹਦਾ ਮਤਲਬ ਚਾਰਜ ਅਗਰ ਮੂਵ ਕਰ ਰਿਹਾ ਤਾਂ ਉੱਥੇ ਚਾਰਜ ਦੀ ਕੁਆਂਟਿਟੀ ਇਨਕਰੀਜ਼ ਹੋ ਰਹੀ ਆ। ਕਿਊ ਦੀ ਕੁਆਂਟਿਟੀ ਕੀ ਹੋ ਰਹੀ ਆ, ਇਨਕਰੀਜ਼। ਤਾਂ ਉਹਨਾਂ ਨੇ ਪੁੱਛਿਆ ਕਿ ਐਨਰਜੀ ਨੂੰ ਕੀ ਹੋਏਗਾ, ਤਾਂ ਐਨਰਜੀ ਵੀ ਇਨਕਰੀਜ਼ ਹੋਏਗੀ। ਕਿਉਂਕਿ ਫਾਰਮੂਲੇ ਦੇ ਅਕੋਰਡਿੰਗਲੀ ਵੀ ਤੁਸੀਂ ਦੇਖ ਸਕਦੇ ਹਾਂ, ਡੈਲਟਾ ਯੂ ਕਿਹਦੇ ਇਕੁਅਲ ਆ, ਕਿਊ ਡੈਲਟਾ ਵੀ। ਅਗਰ ਕਿਊ ਇਨਕਰੀਜ਼ ਹੋ ਰਿਹਾ ਤਾਂ ਡੈਲਟਾ ਯੂ ਵੀ ਇਨਕਰੀਜ਼ ਹੋਏਗਾ। ਅੱਗੇ ਆ, ਇਫ ਅ ਕੰਡਕਟਰ ਹੈਜ਼ ਅ ਪੋਟੈਂਸ਼ੀਅਲ ਵੀ ਨਾਟ ਇਕੁਅਲ ਟੂ 0। ਅਗਰ ਤੁਹਾਡਾ ਪੋਟੈਂਸ਼ੀਅਲ 0 ਨਹੀਂ ਆ ਦੈਨ ਦੇਅਰ ਇਜ਼ ਅ ਨੋ ਚਾਰਜ ਐਨੀ ਵੇਅਰ ਐਲਸ ਆਊਟਸਾਈਡ। ਕਹਿੰਦੇ ਕੀ ਚਾਰਜ ਕਿਤੇ ਵੀ ਨਹੀਂ ਹੋਏਗਾ, ਸਿਰਫ ਆਊਟਸਾਈਡ ਨੂੰ ਲੈ ਕੇ। ਇੱਥੇ ਕੀ ਆ, ਕੋਈ ਨਾ ਕੋਈ ਚਾਰਜ ਤਾਂ ਬੱਚੇ ਹੋਏਗਾ ਹੀ ਹੋਏਗਾ। ਅਗਰ ਅਸੀਂ ਕਿਸੇ ਸਰਫੇਸ ਨੂੰ, ਕਿਸੇ ਕੰਡਕਟਰ ਨੂੰ ਚਾਰਜ ਦੇ ਰਹੇ ਹਾਂ, ਉਹਦੇ ਕਿਤੇ ਨਾ ਕਿਤੇ ਜਿਹੜਾ ਸਰਫੇਸ ਦੇ ਉੱਪਰ ਚਾਰਜ ਹੋਏਗਾ। ਤੁਸੀਂ ਗੌਸ ਥਿਊਰਮ ਦੇਖੀ ਹੋਏਗੀ। ਗੌਸ ਥਿਊਰਮ ਦੇ ਵਿੱਚ ਅਸੀਂ ਡਾਇਗਰਾਮ ਕਰਦੇ ਹਾਂ ਕਿੱਦਾਂ ਕਰਕੇ ਪੋਜ਼ੀਟਿਵ ਚਾਰਜ ਕੋਈ ਸਫੈਰੀਕਲ ਕੰਡਕਟਰ ਦੇ ਆਊਟਸਾਈਡ ਦੇ ਉੱਪਰ ਜਿਹੜਾ ਚਾਰਜ ਆ ਜਾਂਦਾ। ਸਿਮਿਲਰਲੀ ਅਸੀਂ ਕੁਆਇਲ ਦੇ ਉੱਪਰ ਕੀਤਾ ਤਾਂ ਆਊਟਸਾਈਡ ਸਰਫੇਸ ਦੇ ਉੱਪਰ ਜਿਹੜਾ ਚਾਰਜ ਆ ਜਾਂਦਾ ਆ। ਸੋ ਆਪਸ਼ਨ ਨੰਬਰ 1, ਦੇਅਰ ਕੈਨ ਨਾਟ ਬੀ ਐਨੀ ਚਾਰਜ ਇਨ ਦਾ ਬੋਡੀ। ਕਹਿੰਦੇ ਕੋਈ ਚਾਰਜ ਨਹੀਂ। ਜਦ ਬੱਚੇ ਵੋਲਟੇਜ ਨਾਟ ਇਕੁਅਲ ਟੂ 0, ਇਹਦਾ ਮਤਲਬ ਵੋਲਟੇਜ ਅਸੀਂ ਜਦ ਦੇ ਦਿੱਤੀ, ਬੈਟਰੀ ਔਨ ਕਰ ਦਿੱਤੀ, ਤਾਂ ਕੋਈ ਨਾ ਕੋਈ ਤਾਂ ਚਾਰਜ ਹੋਏਗਾ। ਦੇਅਰ ਮਸਟ ਬੀ ਚਾਰਜ ਔਨ ਦ ਸਰਫੇਸ ਔਰ ਇਨਸਾਈਡ ਦਾ ਕੰਡਕਟਰ। ਕਹਿੰਦੇ ਸਰਫੇਸ ਦੇ ਉੱਪਰ ਵੀ ਹੋਏਗਾ ਅਤੇ ਇਨਸਾਈਡ ਕੰਡਕਟਰ ਵੀ ਹੋਏਗਾ। ਇਨਸਾਈਡ ਕੰਡਕਟਰ ਬੱਚੇ ਨਹੀਂ ਹੋਏਗਾ ਚਾਰਜ, ਠੀਕ ਹੈ। ਸਾਰੇ ਦਾ ਸਾਰੇ ਚਾਰਜ ਕੋਸ਼ਿਸ਼ ਕਰਦਾ ਹੁੰਦਾ ਕਿ ਸਰਫੇਸ ਦੀ ਬਾਹਰ ਵਾਲੀ ਪੋਜੀਸ਼ਨ 'ਤੇ ਚਲਾ ਜਾਵੇ। ਸੋ ਸੀ ਦੇਖਦੇ ਹਾਂ, ਦੇਅਰ ਮਸਟ ਬੀ ਚਾਰਜ ਓਨਲੀ ਔਨ ਦਾ ਸਰਫੇਸ। ਇਹਦਾ ਮਤਲਬ ਸਰਫੇਸ ਦੇ ਉੱਪਰ ਸਿਰਫ ਚਾਰਜ ਹੋ ਸਕਦਾ। ਸੋ ਸੀ ਆਪਸ਼ਨ ਇਜ਼ ਦਾ ਕਰੈਕਟ ਆਨਸਰ। ਰੀਜ਼ਨ ਵੀ ਦਿੱਤਾ ਹੋਇਆ, ਦੇਅਰ ਕੈਨ ਨਾਟ ਬੀ ਐਨੀ ਚਾਰਜ ਇਨ ਦਾ ਬੋਡੀ ਆਫ ਦਾ ਕੰਡਕਟਰ। ਅਗਰ ਵੀ ਨਾਟ ਇਕੁਅਲ ਟੂ 0 ਆ, ਦੇਅਰ ਆਰ ਨੋ ਚਾਰਜਿਸ ਐਨੀਵੇਅਰ ਐਲਸ ਆਊਟਸਾਈਡ। ਆਊਟਸਾਈਡ ਤੋਂ ਇਲਾਵਾ ਹੋਰ ਕਿਤੇ ਵੀ ਕੋਈ ਚਾਰਜ ਨਹੀਂ ਹੋਏਗਾ। ਦੇਅਰ ਮਸਟ ਬੀ ਚਾਰਜ ਔਨ ਦਾ ਸਰਫੇਸ। ਨੈਕਸਟ ਆ, ਵਿਚ ਆਫ ਦਾ ਫੋਲੋਇੰਗ ਸਟੇਟਮੈਂਟ ਇਜ਼ ਫਾਲਸ। ਇਹ ਬੱਚੇ ਖੁਦ ਟਰਾਈ ਕਰਨਾ। 38 ਨੰਬਰ ਕੁਐਸਚਨ ਇੰਪੋਰਟੈਂਟ ਆ, ਖੁਦ ਟਰਾਈ ਕਰਨਾ। ਦੈਨ ਹੁਣ 39 ਨੰਬਰ ਤੋਂ ਬੱਚੇ ਜਿਹੜੇ ਕੁਐਸਚਨ ਸਟਾਰਟ ਹੋ ਰਹੇ ਆ, ਦੀਜ਼ ਆਰ ਅਨਇੰਪੋਰਟੈਂਟ ਕੁਐਸਚਨਸ। ਜਿਹੜੇ ਵੀਕ ਸਟੂਡੈਂਟ ਆ ਜਾਂ ਫਿਰ ਕਹਿ ਲਓ ਐਵਰੇਜ ਸਟੂਡੈਂਟ ਆ, ਅਗਰ ਇਹ ਕੁਐਸਚਨਸ ਉਹ ਆਪਣੇ ਫਾਈਨਲ ਐਗਜ਼ਾਮ ਦੇ ਲਈ ਛੱਡ ਕੇ ਜਾਣਾ ਚਾਹੁੰਦੇ ਆ ਤਾਂ ਬੱਚੇ 100% ਤੁਸੀਂ ਛੱਡ ਕੇ ਜਾ ਸਕਦੇ ਆ। 39 ਤੋਂ ਲੈ ਕੇ ਬੱਚੇ ਨੈਕਸਟ ਜਿੰਨੇ ਵੀ ਕੁਐਸਚਨ ਆ ਇਹ ਸਾਰੇ CBSE ਪੈਟਰਨ ਦੇ ਕੁਐਸਚਨਸ ਆ।
सो अगर तुसी थोड़ी जी हायर लैवल की बच्चे प्रैक्टिस करके जाओगे तो डेफिनेटली जिहड़ी इस तो लो लैवल दे हो गए या मीडियम लैवल दे हो गए उन्हां ते तुहाडा जिहड़ा दिमाग आ हो सकदा उत्थे कॉन्सैप्ट किते यूज़ हो जाए। सो अदरवाइज जिहड़े वीक स्टूडेंट आ वो इत्थों वीडियो स्किप कर सकदे आ। नैक्सट आ जाओ इन फिगर टू पॉजिटिव चार्जिस Q2 एंड Q3। हुण साडे कोल Q2 और Q3 जिहड़े दो चार्जिस आ Q2 एंड Q3 फिक्सड along the y axis से उन्होंने फिक्स किया गया। exert a net electric force in the positive direction on a charge Q1। इहदा मतलब पॉजिटिव चार्ज x एक्सिस से पॉजिटिव चार्ज Q1 दे उपर कोई ना कोई वो फोर्स नेट इलैक्ट्रिक फोर्स जिहड़ा आ exert कर रहा। if the positive charge Q is added the x, 0 then force on Q1। मान लो कि जिहड़ा पॉजिटिव चार्ज Q0 आ उन्होंने असी ऐड कर दिता, ठीक है, असी कोई चार्ज इत्थे ऐड कर दिता। पहले नंबर ते बच्चे आ डायग्राम सी, सैकेंड नंबर ते आ डायग्राम आ जदों असी कोई चार्ज विच ऐड कर दिता। कहंदे तां फोर्स दे उपर की होएगा। नंबर 1 शैल इनक्रीज अलॉन्ग द पॉजिटिव एक्स एक्सिस। कहंदे कि पॉजिटिव एक्स एक्सिस दे अलॉन्ग जिहड़ी तुहाडा चार्ज होएगा वो की हो जाऊगा। सो बच्चे देखो ध्यान नाल पहला तो सिचुएशन समझो, इत्थे भी पॉजिटिव चार्ज इत्थे भी पॉजिटिव चार्ज, इत्थे जिहड़ा चार्ज रखिया उन्होंने वो इस तरह का चार्ज होएगा कि ते सैट हो जाए। जे इत्थे पॉजिटिव रखांगे तो पॉजिटिव पॉजिटिव एक दूसरे को रिपैल करनगे, जिहड़ा इत्थे प्रॉपरली सैट नहीं होएगा। सो जिहड़ा Q1 चार्ज है इट मस्ट बी नैगेटिव, ये नैगेटिव ही होएगा, ठीक है। हुण उन्होंने कहा कि एक होर चार्ज जिहड़ा आ पॉजिटिवली चार्ज Q आ वो असीं इत्थे रख दिता, तो कहंदे फोर्स नूं की होएगा। शैल इनक्रीज अलॉन्ग द पॉजिटिव एक्स एक्सिस, क्योंकि आ नैगेटिव आ पॉजिटिव ने नैगेटिव नूं अपने वाल खिंचण की कोशिश करनी है, जिहदी वजह नाल जिहड़ी इत्थे फोर्स आ वो की हो जाऊगा इनक्रीज हो जाऊगा। सो फर्स्ट नंबर ऑप्शन इज़ अ राइट आंसर। शैल डिक्रीज अलॉन्ग द पॉजिटिव एक्स एक्सिस से कहते डिक्रीज हो जाऊगा फोर्स डिक्रीज नहीं होएगा इनक्रीज होएगा, क्योंकि उन्हें चार्ज नूं अपने वाल खिंचना आ। नैक्सट आ शैल पॉइंट अलॉन्ग द नैगेटिव एक्स एक्सिस वाल हो जाएगा। सो ये भी रॉन्ग है। नैक्सट आ शैल इनक्रीज बट द डायरैक्शन चेंजिज, कहते इनक्रीज हो जाऊगा बट डायरैक्शन चेंज हो जाएगी। सो डायरैक्शन इत्थे चेंज नहीं होएगी क्योंकि एक्स एक्सिस तो वाई एक्सिस दे विचों जा नहीं सकता। सो इत्थे एक्सप्लेनेशन भी बच्चे दी बहुत अच्छी गिवन आ, तुसीं देख सकते हैं। नैक्सट क्वेश्चन आ अ पॉजिटिव चार्ज इज़ ब्रॉट नियर एन आइसोलेटेड कंडक्टिंग सफेयर। असी किसी पॉजिटिव चार्ज नूं किसी कंडक्टर दे कोल, आ तुहाडा कंडक्टर है, एक आइसोलेटेड कंडक्टर है, असी कोई पॉजिटिव चार्ज कहंदे इहदे कोल लैके आए, ऑटोमैटिकली की होएगा जिहड़ा आइसोलेटेड कंडक्टिंग सफेयर आ उहदी इस पासे नैगेटिव चार्ज ऑटोमैटिकली इंड्यूस हो जाएगा। सो पॉजिटिव टू नैगेटिव वाल जिहड़ियां इलैक्ट्रिक फील्ड लाइनस आ वो कर्वड शेप दे विच जाणगियां। इहदा मतलब इलैक्ट्रिक फील्ड लाइन इस तरीके नाल जाणगियां। सानू पता बच्चे इलैक्ट्रिक फील्ड लाइन बिल्कुल स्ट्रेट मूव नहीं करदियां। सो सी और डी ऑप्शन तो हो ही नहीं सकती। अगर आ वाला पासा बच्चे नैगेटिवली चार्ज है तो ऑटोमैटिकली इधर की हो जाएगा पॉजिटिव चार्ज। सो पॉजिटिव चार्ज जिहड़ा आ इलैक्ट्रिक फील्ड लाइनस नूं दिंदा आ ना कि लैंदा। इहदा मतलब इलैक्ट्रिक फील्ड लाइनस इधर भी कर्वड शेप दे विच होणगियां, पर इलैक्ट्रिक फील्ड लाइनस ऑलवेज की दिंदी आ बाहर वाले पासे नूं। अकॉर्डिंग टू दिस ऑप्शन नंबर ए इज़ अ राइट आंसर। सो फर्स्ट ऑप्शन बच्चे थोड़ी बिल्कुल करैक्ट है। नैक्सट आ जाओ द इलैक्ट्रिक फ्लक्स थ्रू द सरफेस। एक सरफेस के अंदर जिहड़ी इलैक्ट्रिक फ्लक्स आ किद्दां दी होएगी। हुण इहदे विच उन्होंने पुछया आ कि इलैक्ट्रिक फ्लक्स किहड़ी सरफेस ते सब तो ज़्यादा होएगा। नंबर 1 द फिगर 4 इज़ द लार्जर, कहते फिगर 4 दे विच सब तो ज़्यादा इलैक्ट्रिक फ्लक्स होएगी। पहला तो बच्चे इलैक्ट्रिक फ्लक्स समझो, इलैक्ट्रिक फ्लक्स की आ पर्टिकुलर एरिए दे विचों जिन्नियां नंबर ऑफ लाइनस पास कर जाण, इलैक्ट्रिक फील्ड लाइनस किसी पर्टिकुलर एरिए दे विचों पास कर जाण उन्होंने असीं की बोलते हैं इलैक्ट्रिक फ्लक्स। हुण क्वेश्चन ध्यान नाल पढ़ो, कहंदे कि इलैक्ट्रिक फ्लक्स थ्रू द सरफेस इन फिगर 4 इज़ अ लार्जर, ये सब तो ज़्यादा इलैक्ट्रिक फ्लक्स होएगी। सैकेंड आ इन फिगर 3 इज़ लीस्ट, ये सब तो घट होएगी। पहली गल बच्चे शेप ते डिपेंड नहीं करता, पर्टिकुलर एरिए दे अंदर किन्नियां नंबर ऑफ लाइनस पास हो रही उत्ते इलैक्ट्रिक फ्लक्स जिहड़ी आ डिपेंड करता आ। सो शेप ते डिपेंड नहीं करता। इहदा मतलब ऑप्शन डी जिहड़ी आ करैक्ट आ इज़ द सेम फॉर ऑल द फिगर्स, सारी फिगर्स दे लई सेम आ। सो तुसीं एक्सप्लेनेशन देख सकते हैं इलैक्ट्रिक
the electric flow through a surface depend only on the amount of the charge enclosed by the surface. It does not depend on size and shape of the surface as per Gauss law. Gauss law ਦੇ accordingly shape और size ਤੇ depend नहीं करता, ठीक है जी, ਕਿਉਂਕਿ ਨੰਬਰ ਆਫ ਇਲੈਕਟ੍ਰਿਕ ਫੀਲਡ ਲਾਈਨਸ ਕਿਸੇ ਪਰਟੀਕੂਲਰ ਏਰੀਆ ਦੇ ਵਿੱਚੋਂ ਜਿੰਨੀਆਂ ਨਿਕਲ ਜਾਣ ਉਹ ਫਲਕਸ ਹੁੰਦੀ ਹੈ। ਦੇਅਰਫੋਰ ਇਲੈਕਟ੍ਰਿਕ ਫਲਕਸ ਥਰੂ ਦ ਸਰਫੇਸ ਇਜ਼ ਦ ਸੇਮ ਫॉर ਆਲ ਦ ਫਿਗਰਸ, ਕਿਉਂਕਿ ਸਾਰੀਆਂ ਫਿਗਰਸ ਵਿੱਚ ਦੇਖਣ 'ਚ ਆਲਮੋਸਟ ਸੇਮ ਲੱਗ ਰਹੀਆਂ। ਇਹਦਾ ਮਤਲਬ ਸਾਰਿਆਂ 'ਚ ਇਲੈਕਟ੍ਰਿਕ ਫਲਕਸ ਆਲਮੋਸਟ ਸੇਮ ਹੋਏਗਾ। ਜਾਂ ਤਾਂ ਕੋਈ ਸ਼ੇਪ ਬਹੁਤ ਜ਼ਿਆਦਾ ਵੱਡੀ ਹੋਵੇ, ਉੱਥੇ ਇਲੈਕਟ੍ਰਿਕ ਫੀਲਡ ਲਾਈਨਸ ਬਹੁਤ ਜ਼ਿਆਦਾ ਲਗਾਈ ਜਾਵੇ, ਫਿਰ ਅਸੀਂ ਕਹਿ ਸਕਦੇ ਕਿ ਫਲਕਸ ਜਿਹੜਾ ਆ ਉਹ ਚੇਂਜ ਹੋ ਸਕਦਾ ਆ। ਨੈਕਸਟ ਹੈ ਕਹਿੰਦੇ 5 charges are Q1, Q2, Q3, Q4 and a Q5 are fixed their position as shown in a figure. So figure ਦੇ ਅੰਦਰ ਸਾਨੂੰ charges given ਹੈ, S ਉਹਦਾ Gaussian surface ਆ, ਸਾਨੂੰ Gauss law ਦੇ accordingly equation ਪਤਾ ਆ, closed integral SE dot ds is equals to Q over epsilon naught, which of the following statement is correct? ਪਹਿਲਾਂ ਤਾਂ ਬੱਚੇ ਆਪਾਂ ਡਾਇਗਰਾਮ ਨੂੰ ਧਿਆਨ ਨਾਲ ਸਮਝਦੇ ਹਾਂ। ਡਾਇਗਰਾਮ ਦੇ ਅਕੋਰਡਿੰਗਲੀ ਜਿਹੜਾ Q1, Q3 ਐਂਡ Q5 ਆ, ਇਹ ਵਾਲੇ ਚਾਰਜਿਸ ਜਿਹੜੇ ਆ ਬਾਹਰ ਆ, ਆਹ ਤੁਹਾਡੀ ਗੌਸੀਅਨ ਸਰਫੇਸ ਆ, ਆਹ ਵਾਲੀ ਗੌਸੀਅਨ ਸਰਫੇਸ ਆ। ਜਿਹੜਾ ਗੌਸੀਅਨ ਸਰਫੇਸ ਦੇ ਅੰਦਰ ਹੁੰਦਾ ਸਿਰਫ ਉਹੀ ਚਾਰਜ ਜਿਹੜੇ ਆ ਵਰਕ ਕਰਦੇ ਆ। ਇਹਦਾ ਮਤਲਬ ਇਹਨੂੰ ਲੈ ਲਓ ਲੈਫਟ ਹੈਂਡ ਸਾਈਡ ਔਰ ਇਹਨੂੰ ਲੈ ਲਓ ਰਾਈਟ ਹੈਂਡ ਸਾਈਡ। ਇੱਥੇ ਜਿਹੜੀ ਇਲੈਕਟ੍ਰਿਕ ਫੀਲਡ ਆ ਉਹ ਸਾਰੇ ਚਾਰਜਿਸ ਦੀ ਵਜ੍ਹਾ ਨਾਲ ਹੋਏਗੀ, Q1, Q5, Q3, Q2, Q4 ਦੀ ਵਜ੍ਹਾ ਨਾਲ। ਬਟ ਜਿਹੜਾ ਆਹ ਵਾਲਾ Q ਆ, ਇਹ ਵਾਲਾ Q ਕੀ ਹੁੰਦਾ ਆ, ਚਾਰਜ ਇਨਕਲੋਜ਼ਡ ਬਾਏ ਦਾ ਗੌਸੀਅਨ ਸਰਫੇਸ, ਠੀਕ ਆ। ਸਿਰਫ ਉਹੀ ਚਾਰਜ ਜਿਹੜਾ ਗੌਸੀਅਨ ਸਰਫੇਸ ਦੇ ਵਿੱਚ ਆ ਰਿਹਾ, ਵਿਚ ਇਜ਼ Q2 ਐਂਡ Q4। Q2 ਪਲਸ Q4 ਨੂੰ ਬਣ ਕੇ ਹੀ ਟੋਟਲ ਚਾਰਜ Q ਬਣੇਗਾ, ਉਹਦੇ ਵਿੱਚ Q1, Q5 ਐਂਡ Q3 ਨਹੀਂ ਆਏਗਾ। ਸੋ ਆਪਾਂ ਸਟੇਟਮੈਂਟ ਪੜ੍ਹਦੇ ਹਾਂ। ਸਟੇਟਮੈਂਟ ਕੀ ਕਹਿੰਦੀ ਆ, ਕਹਿੰਦੇ E ਇਲੈਕਟ੍ਰਿਕ ਫੀਲਡ ਔਨ ਦਾ ਰਾਈਟ ਹੈਂਡ ਸਾਈਡ, ਰਾਈਟ ਹੈਂਡ ਸਾਈਡ 'ਤੇ ਜਿਹੜੀ ਇਲੈਕਟ੍ਰਿਕ ਫੀਲਡ ਆ above ਇਕੁਏਸ਼ਨ ਦੇ ਵਿੱਚ, ਦੈਟ ਇਜ਼ Q1, Q5, Q3, Q1, Q5, Q3 ਵਾਈਲ, ਕਹਿੰਦੇ ਸਿਰਫ ਇਹਦੀ ਵਜ੍ਹਾ ਨਾਲ ਹੋਏਗਾ, ਸਿਰਫ ਇਹਦੀ ਵਜ੍ਹਾ ਨਾਲ, ਜਦ ਕਿ ਇਹਦੀ ਵਜ੍ਹਾ ਨਾਲ ਨਹੀਂ ਹੋਏਗਾ। ਇਲੈਕਟ੍ਰਿਕ ਫੀਲਡ ਸਾਰੇ ਚਾਰਜਿਸ ਦੀ ਵਜ੍ਹਾ ਨਾਲ ਹੋਏਗਾ। ਸੋ ਇਹਨਾਂ ਨੇ ਆਹ ਦੋ ਚਾਰਜ ਵਿੱਚ ਕੰਸੀਡਰ ਨਹੀਂ ਕੀਤੇ, ਤਾਂ ਮਤਲਬ ਆਹ ਵਾਲੀ ਸਟੇਟਮੈਂਟ ਤਾਂ ਗਲਤ ਆ, ਠੀਕ ਹੈ ਜੀ। ਸੈਕਿੰਡ ਸਟੇਟਮੈਂਟ 'ਤੇ ਆ ਜਾਓ। ਕਹਿੰਦੇ E ਔਨ ਦਾ ਲੈਫਟ ਹੈਂਡ ਸਾਈਡ, ਲੈਫਟ ਹੈਂਡ ਸਾਈਡ 'ਤੇ ਕੀ ਸੀਗਾ, E ਡੋਟ ds, ਮਤਲਬ ਆਹ ਵਾਲੀ ਜਿਹੜੀ E ਆ ਇਹਦੇ ਅੰਦਰ ਕੰਟਰੀਬਿਊਟ ਫॉर ਆਲ ਚਾਰਜਿਸ, ਸਾਰੇ ਚਾਰਜਿਸ ਆ ਰਹੇ ਆ। ਸੋ ਸਾਰੇ ਚਾਰਜਿਸ ਆ ਰਹੇ ਆ, ਇੰਨੀ ਗੱਲ ਤਾਂ ਬਿਲਕੁਲ ਕਰੈਕਟ ਆ। ਅੱਗੇ ਕੀ ਆ, Q ਡਿਵਾਈਡਡ ਬਾਈ ਐਪਸਿਲਨ ਨॉट, ਵਾਈਲ Q ਔਨ ਅ ਰਾਈਟ ਹੈਂਡ ਸਾਈਡ, Q ਔਨ ਅ ਰਾਈਟ ਹੈਂਡ ਸਾਈਡ ਹੈਵ ਕੰਟਰੀਬਿਊਟ ਫਰੋਮ Q2 ਐਂਡ Q4 ਓਨਲੀ। ਇਹਦੇ ਵਿੱਚ Q2 ਐਂਡ Q4 ਸਿਰਫ ਇੰਨਾ ਚਾਰਜ ਆ ਰਿਹਾ। ਸੋ ਇੰਨਾ ਚਾਰਜ ਆ ਰਿਹਾ, ਸਾਨੂੰ ਦਿਖ ਵੀ ਰਿਹਾ, ਸਿਰਫ ਗੌਸੀਅਨ ਸਰਫੇਸ ਦੇ ਅੰਦਰ ਸਿਰਫ Q2 ਐਂਡ Q4 ਹੀ ਐਗਜ਼ਿਸਟ ਕਰ ਰਿਹਾ। ਸੋ ਸੈਕਿੰਡ ਸਟੇਟਮੈਂਟ ਇਜ਼ ਅ ਕਰੈਕਟ ਸਟੇਟਮੈਂਟ। ਆਈ ਹੋਪ ਤੁਹਾਨੂੰ ਜਿਹੜੀ ਆ ਐਕਸਪਲੇਨੇਸ਼ਨ ਆ ਕਲੀਅਰਲੀ ਸਮਝ ਲੱਗ ਗਈ ਹੋਏਗੀ। ਉਹਦੇ ਅਕੋਰਡਿੰਗਲੀ C ਔਰ D ਖੁਦ ਟਰਾਈ ਕਰਕੇ ਦੇਖ ਲਓ, ਪੜ੍ਹ ਕੇ ਦੇਖ ਲਓ, ਇਹ ਗਲਤ ਸਟੇਟਮੈਂਟਸ ਆ। ਕਲੀਅਰ ਹੋ ਗਿਆ ਜੀ। ਨੈਕਸਟ ਆ ਜਾਓ। ਨੈਕਸਟ ਫਿਗਰ ਬੱਚੇ ਤੁਹਾਨੂੰ ਗਿਵਨ ਆ, ਫਿਗਰ ਸ਼ੋਜ਼ electric field lines in which the electric dipole P is placed and shown and figure which of the following statement is correct। ਇਹਨਾਂ ਵਿੱਚੋਂ ਕਿਹੜੀ ਸਟੇਟਮੈਂਟ ਕਰੈਕਟ ਆ। ਪਹਿਲੀ ਗੱਲ, ਯੂਨੀਫਾਰਮ ਇਲੈਕਟ੍ਰਿਕ ਫੀਲਡ ਨਹੀਂ ਹੈਗੀ। ਤੁਸੀਂ ਦੇਖ ਸਕਦੇ ਆ ਜਿਹੜੀ ਇਲੈਕਟ੍ਰਿਕ ਫੀਲਡ ਲਾਈਨਸ ਆ ਬਿਲਕੁਲ ਸਟ੍ਰੇਟ ਆ, ਥੋੜ੍ਹੀ ਜਿਹੀ ਉੱਪਰ ਨੂੰ ਜਾ ਰਹੀ ਆ, ਥੋੜ੍ਹੀ ਹੋਰ ਉੱਪਰ ਜਾ ਰਹੀ ਆ, ਥੋੜ੍ਹੀ ਜਿਹੀ ਹੋਰ ਉੱਪਰ ਜਾ ਰਹੀ। ਇਹਦਾ ਮਤਲਬ ਦਿਸ ਇਜ਼ ਨੋਟ ਅ ਯੂਨੀਫਾਰਮ ਇਲੈਕਟ੍ਰਿਕ ਫੀਲਡ। ਪਹਿਲੀ ਗੱਲ ਤਾਂ ਇਹ ਯੂਨੀਫਾਰਮ ਇਲੈਕਟ੍ਰਿਕ ਫੀਲਡ ਨਹੀਂ ਹੈ। ਪਹਿਲਾਂ ਤਾਂ ਅਸੀਂ ਡਾਇਗਰਾਮ ਨੂੰ ਬਹੁਤ ਧਿਆਨ ਨਾਲ ਸਮਝਦੇ ਹਾਂ, ਫਿਰ ਸਮਝਾਂਗੇ ਕਿਹੜੀ ਸਟੇਟਮੈਂਟ ਗਲਤ ਆ ਤਾਂ ਕਿਹੜੀ ਸਹੀ ਆ। ਪਹਿਲਾਂ ਬੱਚੇ ਆਪਾਂ ਕਨਕਲੂਜਨ ਨਿਕਾਲ ਲੈਂਦੇ ਹਾਂ ਡਾਇਗਰਾਮ ਨੂੰ ਦੇਖ ਕੇ। ਹੁਣ ਆਹ ਤੁਹਾਡੀ ਲੈਫਟ ਹੈਂਡ ਸਾਈਡ ਆ, ਆਹ ਤੁਹਾਡੀ ਰਾਈਟ ਹੈਂਡ ਸਾਈਡ 'ਤੇ ਆ। ਇੱਧਰ ਬੱਚੇ ਇਲੈਕਟ੍ਰਿਕ ਫੀਲਡ ਲਾਈਨਸ ਨੇੜੇ ਨੇੜੇ ਆ, ਇਹਦਾ ਮਤਲਬ ਇੱਥੇ ਇਲੈਕਟ੍ਰਿਕ ਫੀਲਡ ਜ਼ਿਆਦਾ ਹੋਏਗੀ, ਗ੍ਰੇਟਰ ਆ। ਇੱਧਰਲੇ ਪਾਸੇ ਇਲੈਕਟ੍ਰਿਕ ਫੀਲਡ ਘੱਟ ਆ, ਲੈਸ ਹੋਏਗੀ, ਕਿਉਂਕਿ ਦੂਰ ਦੂਰ ਹੋ ਗਈਆਂ ਆਹ ਵਾਲੀਆਂ ਇਲੈਕਟ੍ਰਿਕ ਫੀਲਡ ਲਾਈਨਸ, ਠੀਕ ਹੈ। ਅੱਗੇ ਕੀ ਹੋਏਗਾ, ਜਿਹੜਾ ਚਾਰਜ ਬੱਚੇ ਆਹ ਪਲੱਸ Q ਚਾਰਜ ਆ, ਇੱਧਰ ਮਾਈਨਸ Q ਚਾਰਜ ਆ, ਪਲੱਸ Q ਚਾਰਜ ਜਿਹੜੀ ਆ ਉੱਥੇ ਜਿਹੜਾ ਡਾਈਪੋਲ ਇਜ਼ ਅ ਸਮੋਲ ਹੋਏਗਾ ਦੈਨ ਰਾਈਟ ਨਾਲੋਂ। ਸਿਮਿਲਰਲੀ ਫੋਰਸ ਔਨ Q ਮਾਈਨਸ Q ਦੇ ਉੱਪਰ ਜਿਹੜਾ ਫੋਰਸ ਹੋਏਗਾ ਇਜ਼ ਬਿਗਰ, ਇੱਧਰ ਗ੍ਰੇਟਰ ਹੋਏਗਾ ਦੈਨ ਇੱਧਰ ਵਾਲੇ ਫੋਰਸ ਦੇ ਨਾਲੋਂ। ਕਲੀਅਰ ਹੋ ਗਿਆ। ਹੁਣ ਆਪਾਂ ਸਟੇਟਮੈਂਟਸ ਪੜ੍ਹਦੇ ਹਾਂ। ਨੰਬਰ 1, ਦ ਡਾਈਪੋਲ ਵਿਲ ਨਾਟ ਐਕਸਪੀਰੀਅੰਸ ਐਨੀ ਫੋਰਸ। ਕਹਿੰਦੇ ਡਾਈਪੋਲ ਕੋਈ ਵੀ ਫੋਰਸ ਐਕਸਪੀਰੀਅੰਸ ਨਹੀਂ ਕਰੇਗਾ, ਜਦ ਕੀ ਕਰੇਗਾ ਉੱਥੇ ਡਾਈਪੋਲ ਬਣ ਰਿਹਾ ਪੋਜ਼ਿਟਿਵ ਨੈਗੇਟਿਵ।
सी बी आ द डाइपोल विल एक्सपीरियंस अ फोर्स टूवर्ड्स राइट हैंड साइड ते कहंदे डाइपोल फोर्स एक्सपीरियंस करेगा जद कि जिहड़ी इलैक्ट्रिक फील्ड लाइनस आ इदां सी इहदा मतलब इत्थे फोर्स ज़्यादा होएगी इधर नालों क्लीयर हो गया ਇਹਦਾ मतलब लैफ्ट हैंड साइड ਤੇ फोर्स ज़्यादा होएगी द डाइपोल विल एक्सपीरियंस अ फोर्स टूवर्ड्स लैफ्ट वाल ਜਿਹੜੀ ਆ फोर्स ज़्यादा ਉਹਨੂੰ फील होएगी सो सी ऑप्शन इज द राइट आंसर नेक्स्ट क्वेश्चन है 44 नंबर ते अ पॉइंट चार्ज प्लस क्यू इज प्लेस्ड at a distance r from an isolated conducting sphere ਬੱਚੇ ਸੇਮ ਆ ਜਿਹੜਾ ਅਸੀਂ ਆਈਸੋਲੇਟਡ ਕੰਡਕਟਿੰਗ ਸਫੇਅਰ ਵਾਲਾ ਇੱਕ 40th ਕੁਐਸਚਨ ਕੀਤਾ ਸੀ ਸੋ ਉਹਦੇ ਨਾਲ ਦਾ ਮੈਚ ਕਰਦਾ ਆ ਜੇ ਉਹ ਸਮਝ ਲੱਗ ਗਿਆ ਤਾਂ ਬੱਚੇ ਇਹ ਵੀ ਕਲੀਅਰਲੀ ਸਮਝ ਲੱਗ ਜਾਏਗਾ ਸੋ ਖੁਦ ਕਰਕੇ ਦੇਖਣਾ ਪ੍ਰੋਬਲਮ ਹੋਏਗੀ ਤਾਂ ਪੁੱਛ ਲੈਣਾ ਨੈਕਸਟ ਬੱਚੇ ਨੈਕਸਟ ਕੁਐਸਚਨ ਇਜ਼ ਅ ਹੈਮੀਸਫੇਅਰ ਇਜ਼ ਯੂਨੀਫਾਰਮਲੀ ਚਾਰਜਡ ਪੋਜ਼ਿਟਿਵਲੀ ਅਸੀਂ ਕਿਸੇ ਹੈਮੀਸਫੇਅਰ ਨੂੰ ਪਹਿਲਾਂ ਪੋਜ਼ਿਟਿਵਲੀ ਚਾਰਜ ਯੂਨੀਫਾਰਮ ਉਹਨੂੰ ਪੋਜ਼ਿਟਿਵ ਚਾਰਜ ਕਰ ਦਿੱਤਾ मान लो साडे को इस तरह का कोई हेमीस्फेयर है ठीक है आ उहदी उपर वाली सरफेस है द इलैक्ट्रिक फील्ड एट अ पॉइंट ऑन द डायमीटर अवे फ्रॉम द सेंटर इज डायरैक्टेड इहदा मतलब इलैक्ट्रिक फील्ड लाइनस मान लो इस तरीके दी आ इहदा मतलब हर पासे इधर नूं जाएगी इधर नूं इलैक्ट्रिक फील्ड जाएगी सो जिहड़ी भी इलैक्ट्रिक फील्ड आ बच्चे आ वाला कंपोनेंट आ वाले कंपोनेंट्स नूं की कर देगा कैंसल आउट कर देगा की होएगा ई कॉस थीटा कैंसल आउट एज पैरेलल कंपोनेंट कैंसल आउट ईच अदर सो इलैक्ट्रिक फील्ड विल बी परपेंडिकुलर सिर्फ परपेंडिकुलर वाला जिहड़ा केस आ बच्चे वो बाकी रह जाएगा बाकी सारे कैंसल आउट हो जाएंगे सो आंसर नंबर ए इज अ राइट परपेंडिकुलर टू द डायमीटर 46th question is a capacitor of 4 microfarad is connected as shown in a figure the internal resistance of the battery is 0.5 ਇਹਦਾ मतलब small r is 0.5 the amount of charge of the capacitor plate ਬੱਚੇ r given ਆ c given ਹੈ now we have to find charge मतलब q is equals to cv c ਤਾਂ ਸਾਨੂੰ given ਹੈ the problem is v ਹੁਣ v ਕਿੱਥੋਂ find out ਕਰ ਸਕਦੇ ਹਾਂ v ਦਾ ਬੱਚੇ ਫਾਰਮੂਲਾ ਕੀ ਹੁੰਦਾ v is equals to e minus i r ਇੱਥੇ ਸਾਨੂੰ r given ਹੈ r ਪਤਾ ਆ e ਦੀ ਵੈਲਿਊ ਵਿੱਚ 2.5 ਪਤਾ ਆ ਹੁਣ ਇੱਥੇ ਪ੍ਰੋਬਲਮ ਕੀ ਹੈ ਸਾਡੀ i ਸੋ ਅਸੀਂ i ਵੀ ਨਹੀਂ ਪਤਾ ਸੋ i ਦਾ ਫਾਰਮੂਲਾ ਕੀ ਆ i is equals to e divided by r plus r ਹੁਣ ਦੇਖੋ ਬੱਚੇ e ਵੀ ਪਤਾ ਐਕਸਟਰਨਲ ਰੈਜ਼ਿਸਟੈਂਸ r ਪਤਾ 2 ਓਮ ਆ ਇੰਟਰਨਲ ਰੈਜ਼ਿਸਟੈਂਸ 0.5 ਆ ਐਕਸਟਰਨਲ ਰੈਜ਼ਿਸਟੈਂਸ ਬੱਚੇ ਇੱਥੇ ਤੁਸੀਂ ਦੇਖ ਸਕਦੇ ਆ ਲਾਸਟ ਵਿੱਚ 2 ਲਿਖਿਆ ਹੋਇਆ ਇਹਦਾ ਮਤਲਬ ਇੱਥੇ 3 ਫਾਰਮੂਲੇਜ਼ ਯੂਜ਼ ਹੋਣਗੇ ਨੰਬਰ 1 ਇਜ਼ i is equals to e ਦੀ ਵੈਲਿਊ 2.5 divided by capital R is 2 plus internal resistance is 0.5 ਦੋਨਾਂ 'ਚ ਪਲੱਸ ਆਏਗਾ ਸੋ 2.5 divided by 2.5 ਸੋ ਕੱਟ ਕੇ ਕਿੰਨਾ ਆ ਗਿਆ 1 ਐਂਪੀਅਰ ਸੋ i ਦੀ ਵੈਲਿਊ ਪਤਾ ਲੱਗ ਗਈ i ਦੀ ਵੈਲਿਊ ਅਸੀਂ ਪੁੱਟ ਕਰਾਂਗੇ v is equals to e minus ir i ਦੀ e ਦੀ ਵੈਲਿਊ 2.5 i ਦੀ ਵੈਲਿਊ ਕਿੰਨੀ ਸੀ 1 into 0.5 now solve it 2.5 minus 0.5 we get 2 volt ਹੁਣ ਸਾਡੇ ਕੋਲ voltage ਵੀ ਆ ਗਈ ਹੁਣ ਅਸੀਂ find ਕਰਾਂਗੇ q is equals to cv now what is the value of c is 4 ਔਰ v ਦੀ ਵੈਲਿਊ ਕਿੰਨੀ ਆਈ ਹੈ 2 so 4 2s are 8 microfarad so d option is a right answer so ਬੱਚੇ ਨੂਮੈਰੀਕਲਸ ਨੂੰ ਦੇਖ ਕੇ ਘਬਰਾਣਾ ਨਹੀਂ ਆ ਅਸੀਂ ਮੇਨ ਚੀਜ਼ ਦੇਖਣੀ ਹੁੰਦੀ ਆ ਵੀ ਅਸੀਂ ਚਾਰਜ ਪਤਾ ਕਰਨਾ ਚਾਰਜ ਕਿਹਦੀ ਇਕੁਅਲ ਆ ਕਿਊ ਵੀ ਦੇ ਸੀ ਪਤਾ ਆ ਵੀ ਪਤਾ ਕਰ ਲਓ ਵੀ ਦਾ ਫਾਰਮੂਲਾ ਵੀ ਹੈ ਸਾਡੇ ਕੋਲ ਜੇ ਉਹਦੇ ਵਿੱਚ ਵੀ ਕੋਈ ਟਰਮ ਸਾਨੂੰ ਨਹੀਂ ਪਤਾ ਔਰ ਗਿਵਨ ਨੂਮੈਰੀਕਲ ਦੇ ਸਟੇਟਮੈਂਟ ਦੇ ਅਕੋਰਡਿੰਗਲੀ ਸਾਨੂੰ ਕੋਈ ਟਰਮਸ ਪਤਾ ਆ ਤਾਂ ਜਿੰਨੀ ਵੈਲਿਊਜ਼ ਤੁਹਾਨੂੰ ਪਤਾ ਤੁਸੀਂ ਕਰ ਸਕਦੇ ਆ ਉਹ ਕਰੀ ਜਾਓ ਤਾਂ ਵੈਲਿਊਜ਼ ਪੁੱਟ ਕਰੀ ਚੱਲੋ ਕਲੀਅਰ ਹੋ ਗਿਆ ਸੋ ਨੂਮੈਰੀਕਲਸ ਨੂੰ ਦੇਖ ਕੇ ਘਬਰਾਣਾ ਨਹੀਂ ਉਹਨੂੰ ਬੱਚੇ ਠੰਡੇ ਦਿਮਾਗ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਆ ਸੋ ਬੱਚੇ ਸੋਲਿਊਸ਼ਨ ਬੁੱਕ ਦੇ ਅੰਦਰ ਗਿਵਨ ਹੈ ਸੋ ਤੁਸੀਂ ਦੇਖ ਵੀ ਸਕਦੇ ਆ नेक्स्ट आ जाओ पॉजिटिवली चार्ज पार्टिकल इज़ रिलीज फ्रॉम रेस्ट इन अ यूनीफॉर्म इलैक्ट्रिक फील्ड अगर असी यूनीफॉर्म इलैक्ट्रिक फील्ड के अंदर अगर किसी पॉजिटिवली चार्ज पार्टिकल नूं रिलीज़ कर दिए रेस्ट तो इलैक्ट्रिक पोटेंशियल एनर्जी ऑफ द चार्ज तो इलैक्ट्रिक पोटेंशियल एनर्जी जिहड़ी आ ओह किद्दां दी होएगी ਪਹਿਲਾਂ ਤਾਂ ਬੱਚੇ ਸਿਚੁਏਸ਼ਨ ਨੂੰ ਸਮਝੋ ਜਿੱਥੇ ਯੂਨੀਫਾਰਮ ਇਲੈਕਟ੍ਰਿਕ ਫੀਲਡ ਆ ਉੱਥੇ ਪੋਜ਼ਿਟਿਵਲੀ ਚਾਰਜ ਪਾਰਟੀਕਲ ਜਿੱਦਾਂ ਹੀ ਰਿਲੀਜ਼ ਕਰਾਂਗੇ ਰੈਸਟ ਤੋਂ ਤਾਂ ਉਹਨੇ ਮੂਵ ਕਰਨਾ ਸਟਾਰਟ ਕਰਨਾ ਇਲੈਕਟ੍ਰਿਕ ਫੀਲਡ ਦੇ ਅੰਦਰ ਧਿਆਨ ਨਾਲ ਸੁਣੋ ਇੱਕ ਪੋਜ਼ਿਟਿਵਲੀ ਚਾਰਜ ਪਾਰਟੀਕਲ ਆ ਜਿੱਦਾਂ ਹੀ ਉਹਨੂੰ ਰਿਲੀਜ਼ ਕਰ ਦਿੱਤਾ ਮਤਲਬ ਪਹਿਲਾਂ ਉਹ ਰੈਸਟ 'ਤੇ ਪਿਆ ਸੀ ਉਹਨੂੰ ਹੁਣ ਛੱਡ ਦਿੱਤਾ ਕਿਹਦੇ ਅੰਦਰ ਇਲੈਕਟ੍ਰਿਕ ਫੀਲਡ ਦੇ ਅੰਦਰ ਜਦੋਂ ਇਲੈਕਟ੍ਰਿਕ ਫੀਲਡ ਦੇ ਅੰਦਰ ਮੂਵ ਕਰੇਗਾ ਤਾਂ ਇਲੈਕਟ੍ਰਿਕ ਪੋਟੈਂਸ਼ੀਅਲ ਐਨਰਜੀ ਜਿਹੜੀ ਆ ਉਹ ਚਾਰਜ ਦੀ ਉਹ ਡਿਕਰੀਜ਼ ਹੋ ਜਾਏਗੀ
ਸੋ ਤੁਹਾਡਾ ਆਨਸਰ ਕੀ ਆ ਜਾਏਗਾ, ਡਿਕਰੀਜ਼ ਕਰੇਗਾ ਜਿੱਦਾਂ ਹੀ ਤੁਹਾਡਾ ਚਾਰਜ ਪਾਰਟੀਕਲ ਇਲੈਕਟ੍ਰਿਕ ਫੀਲਡ ਦੇ ਅੰਦਰ ਮੂਵ ਕਰੇਗਾ। ਸੋ ਆਪਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ। ਬੱਚੀ 48 ਨੰਬਰ ਕੁਐਸਚਨ ਹੈ, ਫਿਗਰ ਸ਼ੋਜ਼ ਸਮ equipotential lines distributed in a space, a charged body is moved from point A to B। ਹੁਣ A ਤੋਂ ਲੈ ਕੇ B ਤੱਕ ਕੋਈ ਚਾਰਜ ਪਾਰਟੀਕਲ ਮੂਵ ਕਰ ਰਿਹਾ ਆ। ਸੋ ਇਹਨਾਂ ਨੇ ਬੱਚੇ ਐਕਸਪਲੇਨੇਸ਼ਨ ਦਿੱਤੀ ਹੋਈ ਆ, ਇੱਕ ਵਾਰੀ ਪੜ੍ਹ ਕੇ ਦੇਖ ਲੈਣਾ, ਨਹੀਂ ਕਲੀਅਰ ਹੋਏਗਾ ਤਾਂ ਡੈਫੀਨੇਟਲੀ ਪੁੱਛ ਲੈਣਾ। 49 ਨੰਬਰ ਕੁਐਸਚਨ ਵੀ ਬੱਚੇ ਤੁਸੀਂ ਖੁਦ ਟਰਾਈ ਕਰਕੇ ਦੇਖੋ। ਉਹਨਾਂ ਨੇ ਬਸ ਇੰਨਾ ਪੁੱਛਿਆ ਕਿ ਕਿਹੜੀ ਸਟੇਟਮੈਂਟ ਕਰੈਕਟ ਆ। ਸੋ ਇਹਨਾਂ ਨੇ ਐਕਸਪਲੇਨੇਸ਼ਨ ਗਿਵਨ ਹੈ ਤੁਹਾਨੂੰ, ਸੋ ਬਸ ਤੁਸੀਂ ਦੇਖਣੀ ਹੀ ਆ। क्वेश्चन नंबर 50 है, इक्विपोटेंशियल surface at a great distance from a collection on charges whose total sum is not zero। total sum zero ਕਿਹਦੇ ਵਿੱਚ ਨਹੀਂ ਹੁੰਦਾ, ਸਫੇਅਰਸ ਦੇ ਵਿੱਚ। ਸਫੇਅਰ ਦੇ ਵਿੱਚ ਬੱਚੇ ਇਕੁਇਪੋਟੈਂਸ਼ੀਅਲ ਸਰਫੇਸ ਜਿਹੜੀ ਇਕੁਅਲ ਡਿਸਟੈਂਸ ਮਸਟ ਵੀ ਜਿਹੜੀ ਆ ਉਹ ਹੋਣੀ ਚਾਹੀਦੀ ਆ, ਸਫੇਅਰ ਦੇ ਵਿੱਚ ਹੋਣੀ ਚਾਹੀਦੀ ਆ। ਸੋ ਜਿਹੜਾ ਟੋਟਲ ਸਮ ਇਜ਼ ਜ਼ੀਰੋ ਹੋ ਜਾਂਦਾ ਆ। Similarly, question number 50 है, equipotential at the great distance from a collection on charges whose total sum is not zero are approximately zero ਨਾ ਹੋਵੇ। ਅਗਰ ਅਸੀਂ ਅਲੱਗ-ਅਲੱਗ ਚਾਰजेस ਦੀ ਬੱਚੇ ਕਲੈਕਸ਼ਨ ਕਰਦੇ ਹਾਂ ਜਿਹਦਾ ਟੋਟਲ ਸਮ ਜ਼ੀਰੋ ਹੋਵੇ ਤਾਂ ਇਕੁਇਪੋਟੈਂਸ਼ੀਅਲ ਜਿਹੜਾ ਆ ਗ੍ਰੇਟਰ ਡਿਸਟੈਂਸ ਮਸਟ ਬੀ ਸਫੇਅਰ ਓਨਲੀ। ਜੇ ਅਗਰ ਅਸੀਂ ਇਹਨਾਂ ਚਾਰਾਂ ਦੀ ਦੇਖਿਆ ਜਾਵੇ, ਸਫੇਅਰ, ਪਲੇਨ ਆ, ਪੈਰਾਬੋਲਿਕ ਆ ਜਾਂ ਲਿਪਸ ਆ, ਉਹਦੇ ਵਿੱਚ ਇੱਕ ਸਫੇਅਰ ਆ ਜਿਹਦੇ ਵਿੱਚ ਪ੍ਰੋਪਰ ਸਿਮੈਟਰੀ ਬਣ ਰਹੀ ਆ। ਸੋ ਅਸੀਂ ਸਫੇਅਰ ਜਿਹੜਾ ਆ ਇਜ਼ ਅ ਰਾਈਟ ਆਨਸਰ। ਸੋ ਨੈਕਸਟ ਕੁਐਸਚਨ ਆ ਬੱਚੇ, ਪੰਜਾਬ ਬੋਰਡ ਦੇ ਵਿੱਚ ਅੱਜ ਤੱਕ ਇਹ ਕੁਐਸਚਨ ਕਦੇ ਨਹੀਂ ਆਇਆ ਔਰ CBSE ਦੇ ਲਈ ਇਹ ਕੁਐਸਚਨ ਮੋਸਟ ਇੰਪੋਰਟੈਂਟ ਆ। CBSE ਵਾਲੇ ਬੱਚੇ ਇਹਨੂੰ ਧਿਆਨ ਨਾ ਕਰ ਲੈਣ ਅਤੇ ਪੰਜਾਬ ਬੋਰਡ ਵਾਲੇ ਬੱਚੇ ਇਹਨੂੰ ਬਿਲਕੁਲ ਛੱਡ ਕੇ ਜਾ ਸਕਦੇ ਆ। ਬਟ ਐਕੂਰੇਟ ਦੀ ਬੁੱਕ ਦੇ ਵਿੱਚ ਆਇਆ ਹੋਇਆ, ਅਤੇ ਜਿਹੜੇ ਬੱਚੇ ਪੜ੍ਹ ਕੇ ਜਾਣਾ ਚਾਹੁੰਦੇ ਆ ਤਾਂ ਪੜ੍ਹ ਸਕਦੇ ਆ। ਮੈਂ ਤੁਹਾਨੂੰ ਸਮਝਾ ਦਿੰਦੀ ਹਾਂ। ਪੈਰਲਲ ਪਲੇਟ ਕਪੈਸਿਟਰ ਇਜ਼ ਮੇਡ ਆਫ 2 ਡਾਇਲੈਕਟ੍ਰਿਕ ਬਲੌਕਸ ਇਨ ਅ ਸੀਰੀਜ਼। ਹੁਣ 2 ਬਲੌਕਸ ਬੱਚੇ ਸੀਰੀਜ਼ ਦੇ ਵਿੱਚ ਜੋੜੇ ਹੋਏ ਆ। ਇਹਦੇ ਵਿੱਚ ਇੱਕ ਰੂਲ ਹੁੰਦਾ ਆ, ਜਦੋਂ ਸੀਰੀਜ਼ ਦੇ ਵਿੱਚ ਜੋੜਿਆ ਜਾਂਦਾ ਆ, ਅਗਰ ਸੀਰੀਜ਼ 'ਚ ਹੋਏਗਾ ਤਾਂ ਏਰੀਆ ਜਿਹੜਾ ਆ ਉਹ ਸੇਮ ਰਹੇਗਾ। ਅਤੇ ਜਿਹੜਾ ਤੁਹਾਡਾ ਡਾਇਆਮੀਟਰ ਆ ਸੀਰੀਜ਼ ਦੇ ਵਿੱਚ, ਜਿਹੜਾ ਡਿਸਟੈਂਸ ਆ ਉਹ ਕੀ ਹੋ ਜਾਏਗਾ, ਹਾਫ ਹੋ ਜਾਏਗਾ। ਹਾਫ ਮਤਲਬ ਡਿਵਾਈਡ ਹੋ ਜਾਏਗਾ। ਇਹ ਕੀ ਹੋ ਜਾਏਗਾ, ਡਿਵਾਈਡ ਹੋ ਜਾਏਗਾ। ਹੁਣ ਅਗਰ ਪੈਰਲਲ ਦੇ ਵਿੱਚ ਆ ਜਾਵੇ, ਪੈਰਲਲ ਦੇ ਵਿੱਚ ਕੀ ਹੁੰਦਾ ਹੈ, ਜੇ ਇਸ ਤਰੀਕੇ ਦੇ ਨਾਲ ਜੋੜ ਦਿੱਤਾ ਜਾਵੇ ਪੈਰਲਲ ਦੇ ਵਿੱਚ ਤਾਂ ਏਰੀਆ ਡਿਵਾਈਡ ਹੋ ਜਾਂਦਾ ਆ ਔਰ ਜੋ ਤੁਹਾਡਾ ਡਿਸਟੈਂਸ ਆ ਉਹ ਸੇਮ ਰਹਿੰਦਾ ਆ। ਸੋ ਆਹ 2 ਚੀਜ਼ਾਂ ਨੂੰ ਅੱਛੀ ਤਰੀਕੇ ਨਾਲ ਲਰਨ ਕਰ ਲਓ। ਹੁਣ ਇੱਥੇ ਸੀਰੀਜ਼ ਕਿਹਾ ਗਿਆ ਆ, ਸੀਰੀਜ਼ ਮੀਨਸ ਕਿ ਤੁਹਾਡਾ ਏਰੀਆ ਕੀ ਹੋਏਗਾ, ਸੇਮ ਰਹੇਗਾ, ਡਿਸਟੈਂਸ ਜਿਹੜੀ ਆ ਉਹ ਚੇਂਜ ਹੋ ਜਾਏਗੀ। ਸੋ ਸਭ ਤੋਂ ਪਹਿਲਾਂ ਫਾਰਮੂਲੇ ਤੋਂ ਸਟਾਰਟ ਕਰਦੇ ਹਾਂ। ਸਾਨੂੰ ਬੱਚੇ ਕਪੈਸਿਟੈਂਸ ਦਾ ਫਾਰਮੂਲਾ ਪਤਾ, C = ε0 A/D। ਸੋ C1 ਕਿੰਨਾ ਹੋਏਗਾ, K1, ਕਿਉਂਕਿ ਫਸਟ ਦਾ ਡਾਇਲੈਕਟ੍ਰਿਕ ਕਾਂਸਟੈਂਟ ਅਲੱਗ ਆ, K2 ਦਾ ਡਾਇਲੈਕਟ੍ਰਿਕ ਕਾਂਸਟੈਂਟ ਅਲੱਗ ਆ। ਸੋ K1 ε0 A ਸੇਮ ਰਹੇਗਾ, A ਨੂੰ A ਰੱਖਾਂਗੇ ਅਤੇ D ਜਿਹੜਾ ਚੇਂਜ ਹੋ ਜਾਏਗਾ, D1 ਦੀ ਜਗ੍ਹਾ 'ਤੇ D1, C2 ਦੀ ਜਗ੍ਹਾ 'ਤੇ ਕੀ ਲਿਖਿਆ, K2 ε0 A ਸੇਮ ਰਹੇਗਾ ਔਰ D2। ਹੁਣ ਇਹ ਦੋਨੋਂ ਕਾਹਦੇ ਵਿੱਚ ਜੋੜੇ ਗਏ, ਸੀਰੀਜ਼ ਦੇ ਵਿੱਚ। ਸੋ ਸੀਰੀਜ਼ ਦਾ ਫਾਰਮੂਲਾ ਕੀ ਹੁੰਦਾ, 1/CS = 1/C + 1/C2। ਅਸੀਂ ਦੋਨੋਂ ਵੈਲਿਊਜ਼ ਪੁੱਟ ਕਰ ਦਿੱਤੀਆਂ। ਦੈਨ LCM ਹੀ ਲਿਆ, ਹੋਰ ਕੁਛ ਨਹੀਂ ਕੀਤਾ। LCM ਤਾਂ ਬੱਚੇ ਤੁਹਾਨੂੰ ਲੈਣਾ ਆਉਂਦਾ ਹੀ ਆ ਨਾ। ਸੋ ਤੁਸੀਂ LCM ਜਿਹੜਾ ਆ ਉਹ ਸੋਲਵ ਕਰ ਸਕਦੇ ਆ, ਤਾਂ K ਦੀ ਵੈਲਿਊ ਨਿਕਾਲ ਲੈਣਾ ਤਾਂ ਤੁਹਾਡਾ ਜਿਹੜਾ ਫਾਈਨਲ ਆਨਸਰ ਆ ਜਾਏਗਾ। ਆਈ ਥਿੰਕ ਬੱਚਿਆਂ ਨੂੰ ਇਹਦੇ ਵਿੱਚ ਸਿਰਫ ਇੰਨੀ ਪ੍ਰੋਬਲਮ ਹੋਏਗੀ ਕਿ ਜਿਹੜਾ A ਨੂੰ A ਕਿਉਂ ਰੱਖਿਆ, A1 A2 ਕਿਉਂ ਨਹੀਂ ਲਿੱਤਾ। ਬਸ ਇਹਦੇ ਵਿੱਚ ਕੋਈ ਹਾਰਡਲੀ ਕਨਸੈਪਟ ਨਹੀਂ ਲੱਗ ਰਿਹਾ, ਸਿੰਪਲ ਆ। ਜੇ ਸੀਰੀਜ਼ ਆ ਤਾਂ ਏਰੀਆ ਸੇਮ ਰਹੇਗਾ, ਜੇ ਪੈਰਲਲ ਆ ਤਾਂ ਡਿਸਟੈਂਸ ਸੇਮ ਰਹੇਗਾ। ਸੋ CS ਬੱਚੇ ਤੁਸੀਂ ਇੱਥੇ ਤੱਕ ਤਾਂ ਸੋਲਵ ਕਰ ਲੂੰਗੇ। ਆਹ ਚੀਜ਼ ਕੀ ਆ, ਸਾਨੂੰ ਵੇਅਰ ਵੀ ਨੋ, ਇੱਥੇ ਕੀ ਆ, C ਕਿਹਦੇ ਇਕੁਅਲ ਹੁੰਦੀ ਆ, K ε0 A/D। ਹੁਣ ਇੱਥੇ 2 ਕਪੈਸਿਟਰਸ ਇਸ ਤਰੀਕੇ ਨਾਲ ਜੁੜੇ ਹੋਏ ਆ, ਇੱਦਾਂ ਸੀਰੀਜ਼ ਦੇ ਵਿੱਚ ਜੁੜੇ ਹੋਏ ਆ। ਸੀਰੀਜ਼ ਮਤਲਬ ਡਿਸਟੈਂਸ D1 + D2 ਦੋਨੋਂ ਅਸੀਂ ਐਡ ਕਰ ਦਿੱਤੇ, D1 + D2। ਕਲੀਅਰ ਹੋ ਗਿਆ। CS ਆ ਡਾਇਗਰਾਮ ਤੋਂ ਬਣਿਆ, ਆ ਮੈਥਮੈਟੀਕਲ ਪੋਰਸ਼ਨ ਤੋਂ ਬਣਿਆ। ਸੋ ਆਹ ਵਾਲਾ CS ਆ, ਦੋਨਾਂ ਨੂੰ ਇਕੁਏਸ਼ਨ ਨੰਬਰ 1 ਐਂਡ ਇਕੁਏਸ਼ਨ ਨੰਬਰ 2 ਨੂੰ ਅਸੀਂ ਕੰਪੇਅਰ ਕਰ ਦਿੱਤਾ। ε0 ਨਾਲ ε0 ਕੈਂਸਲ, A ਦੇ ਨਾਲ A ਕੈਂਸਲ। ਸੋ
K डिवाइडेड बाय D1 आ सारी टर्म दे इक्वल आ गया। तो आ वाली टर्म दूसरे पासे लैके जावांगे तो फाइनली साडे को K दा आंसर आ जाएगा। क्लीयर हो गया? जे नहीं क्लीयर होया तो बच्चे एक बार दस देना, स्पैशल इहदे लई लिख के स्टैप बाय स्टैप जिहड़ा एक्सप्लेन कर दूँगी। अदरवाइज एक बार हत्थ नाल कैलकुलेशन करके जरूर देखना, तुहानूं उसे टाइम समझ लग जाएगा। सो क्वेश्चन नंबर 52 इज़ अ मोस्ट इंपॉर्टेंट, खुद ट्राई करना। 53 इज़ अ इंपॉर्टेंट क्वेश्चन, खुद ट्राई करना। क्वेश्चन नंबर 54, 55 बच्चे सारे ईजी क्वेश्चनस आ, सो आई होप तुसीं ये खुद कर सकते हैं। दैट नैक्सट क्वेश्चन देखो, एन इलैक्ट्रिक डाइपोल ऑफ मोमेंट P इज़ लाइंग अलॉन्ग अ यूनीफॉर्म इलैक्ट्रिक फील्ड E, द वर्क डन इज़ रोटेशन द डाइपोल बाय 90 डिग्री। सो सानू बच्चे 90 डिग्री एंगल गिवन है, ਇਹਦਾ मतलब सानू फॉर्मूला बच्चे पता आ। वर्क डन का फॉर्मूला की होंगे W इज इक्वल टू माइनस PE cos θ2 माइनस cos θ1। सो cos θ2 सानू गिवन है 90 डिग्री, सो θ1 कितना होएगा थोड़ा 0 डिग्री। सो cos 90 की वैल्यू 0, cos 0 की वैल्यू 1। सो 0 जो 1 गए तो -1 माइनस के नाल माइनस कैंसल, तो PE जड़ा है थोड़ा आंसर आ जाएगा। सो ऑप्शन नंबर ए इज़ अ राइट आंसर। सो 57 बच्चे सिंपल क्वेश्चन आ, 58 सिंपल है, ये तुसीं खुद कर सकते हैं। 59 इज़ द मोस्ट इंपॉर्टेंट क्वेश्चन। इदा के क्वेश्चन बच्चे पेपर दे विच आंदे आ, सो ध्यान ना कर लेना। इफ क्यू इज सिचुएटेड एट अ सेंटर ऑफ अ क्यूब, अगर एक क्यूब दे बिल्कुल सेंटर दे विच इस तरीके ना बिल्कुल सेंटर दे विच अगर असी कोई चार्ज रख दिन्ने आ, द इलैक्ट्रिक फ्लक्स थ्रो द वन ऑफ द फेज ऑफ द क्यूब, क्यूब दे एक फेज दे उपर कितना। सो बच्चे इलैक्ट्रिक फ्लक्स थ्रो अ क्यूब, अगर एक क्यूब की गल की जाए उत्थे असी फ्लक्स देखना होंगे, दैट इज़ फाई इज इक्वल्स टू क्यू डिवाइडेड बाय क्यू, इत्थे कैपिटल लिता तो आप भी कैपिटल ले लैने, कैपिटल क्यू डिवाइडेड बाय एप्सिलॉन नॉट। बट इन्होंने क्या वन ऑफ द फेज, उन्होंने विचों कोई भी एक फेज हो सकता। सो क्यूब के इक्वल होंदा है फाई डिवाइडेड बाय 6। सो फाई की वैल्यू कितनी आ, क्यू डिवाइडेड बाय एप्सिलॉन नॉट, तो 6 ये नाल आ जाएगा। सो इसका मतलब थोड़ा फाई का आंसर कितना आएगा, क्यू डिवाइडेड बाय 6 एप्सिलॉन नॉट। सो ऑप्शन नंबर डी इज़ अ राइट आंसर। सो इत्थे तक हो गए बच्चे थोड़े अंडरस्टैंडिंग बेस्ड क्वेश्चन। नैक्सट असी करन जा रहे हैं एप्लीकेशन बेस्ड क्वेश्चन। सो एप्लीकेशन बेस्ड क्वेश्चन बच्चे मैं ट्राई करती हाँ कि क्वेश्चनस काफ़ी ज़्यादा आ। सो जेडे क्वेश्चन मैं मेरे समझाने वाले होए तो मैं थोड़ा कला कला क्वेश्चन एक्सप्लेन करूँगी। अगर कोई क्वेश्चन बहुत ईजी होया या डायरैक्ट फॉर्मूला लग के वो कैलकुलेशन करनी है बच्चे, वो मैं स्किप ही करूँगी, बिकॉज 70 क्वेश्चनस आ। अगर एक क्वेश्चन में भी 3-4 मिनट लगते हैं तो तुसीं देख लो बच्चे 70 मिनट नू 5 ना या 4 ना मल्टीप्लाई करके देख लो, 280 कह लो मिनट की जी वीडियो बन जाएगी, जी कि बहुत लॉन्ग वीडियो आ। सो मैं ट्राई करती हाँ कि जोड़े इंपॉर्टेंट क्वेश्चनस आ या जोड़े समझाने वाले न्यूमैरिकल्स आ वो थानू डिटेल नाल समझाती हाँ। फर्स्ट क्वेश्चन ते आ जाओ, वट विल बी द रिजल्टेंट कैपेसिटेंस ऑफ अ कैपेसिटर कनैक्टेड एज शोन इन फिगर। कहते ये दसो कि रजिस्टेंस कितनी होएगी। हुण इदां दी डायग्राम दे विच बच्चे सानू प्रॉब्लम स्टूडेंट्स नू की आंदी आ, उन्हां नू ये नहीं पता लगदा किहड़े कैपेसिटर्स सीरीज़ दे विच आ ते किहड़े कैपेसिटर पैरेलल दे विच आ। सो एक छोटी जी ट्रिक दस रही हाँ, ध्यान नाल समझ लेना। मान लो असी ए करंट तो आई करंट गया, ए वाली टर्मिनल तो आई करंट गया, इत्थे जाके दो पार्ट्स दे विच डिवाइड हो गया। सो इधर चला गया I1 करंट, इधर चला गया I2 करंट। अगर करंट दोनों अलग अलग होण, इहदा मतलब सामने वाले जो भी तुहाडे कैपेसिटर्स लगे हुए आ वो कादे विच होणगे, पैरेलल दे विच। कादे विच होणगे, पैरेलल। अगर अलग अलग करंट है तो पैरेलल आ, अगर सेम करंट है तो सीरीज़ आ। अपनी कॉपी के साइड ते किते लिख लो कि अगर करंट सेम आ तो की होएगा, सीरीज़ दे विच। इस तो याद रखना बच्चे, एस मतलब सेम, एस मतलब सीरीज़। अगर करंट अलग अलग आ, डिफरेंट आ, तो की होएगा, ये पैरेलल दे विच। क्लीयर होगी जी चीज़। ये वाली ट्रिक अपनी साइड ते कॉपी ते किते लिख लेना। हुण साडी ट्रिक दे अकॉर्डिंगली इत्थे I1 करंट जा रहा, इत्थे I2 करंट जा रहा। उत्थों सानू क्लीयर हो गया आ वाला कैपेसिटर और आ वाला कैपेसिटर जिहड़ा आ आपस विच पैरेलल दे विच आ। सो पैरेलल दा फॉर्मूला की आ, सो पैरेलल CP इज इक्वल टू C1 प्लस C2। C1 कितना थोड़ा 9 ते C2 कितना थोड़ा अगेन 9, 9 प्लस 9 18 माइक्रो फैरड। हुण जिहड़ी नवीं डायग्राम
ਜਿਹੜੀ ਬੱਚੇ ਨਵੀਂ ਡਾਇਗਰਾਮ ਆ ਉਹ ਕਿੱਦਾਂ ਦੀ ਬਣੇਗੀ, ਆ ਦੋਨੋਂ ਅਸੀਂ ਕੰਪਲੀਟ ਕਰਕੇ ਇੱਕ ਹੀ ਕਪੈਸਿਟਰ ਲੱਗ ਗਿਆ ਇਸ ਤਰੀਕੇ ਦਾ, ਮਤਲਬ ਹੁਣ ਆ ਹੈ ਨੀਗਾ। ਸੋ ਆ ਸਿੱਧੀ ਡਾਇਗਰਾਮ ਇਦਾਂ ਦੀ ਬਣ ਗਈ। ਆ ਕਿਹੜਾ ਕਪੈਸਿਟਰ ਆ 18 ਮਾਈਕਰੋਫੈਰਡ ਦਾ। ਸੋ ਇੱਧਰੋਂ ਕਰੰਟ ਆਈ ਗਿਆ, ਆਹੀ ਕਰੰਟ ਇੱਧਰੋਂ ਗਿਆ, ਮਤਲਬ ਕਿ ਇਹ ਵੀ ਆਈ ਆ, ਇਹਦਾ ਮਤਲਬ ਆਈ ਸੇਮ ਆ। ਅਗਰ ਆਈ ਸੇਮ ਰਹੇਗਾ ਤਾਂ ਜਿਹੜੇ ਦੋਨੋਂ ਕਪੈਸਿਟਰਸ ਆ ਉਹ ਕਾਹਦੇ ਵਿੱਚ ਹੋਣਗੇ, ਸੀਰੀਜ਼ ਦੇ ਵਿੱਚ। ਸੋ ਸੀਰੀਜ਼ ਦਾ ਫਾਰਮੂਲਾ ਕੀ ਆ, 1/CS ਇਜ਼ ਇਕੁਅਲ ਟੂ 1/CP प्लस, क्योंकि आ कौन सी थोड़ा CP, तो इनू ले लो C3 प्लस 1/C3। CP की वैल्यू कितनी है बच्चे 1/18 प्लस 1/9। सो LCM लिता तो साडा आ गया 18, 1 + 2 इज इक्वल टू 3/18। 3 1 3, 3 6 18। सो 6 माइक्रोफैरड इज द राइट आंसर। सो ऑप्शन नंबर A आ गई थोड़ी 6 माइक्रोफैरड। डन। सैकेंड ते आ जाओ, सैकेंड क्वेश्चन ते आ जाओ। कैपेसिटर ऑफ अ सफेरिकल कंडक्टर विद रेडियस 1 मीटर। हुण बच्चे सफेरिकल कंडक्टर आ, सफेरिकल कंडक्टर के उपर C की वैल्यू कितनी होंदी आ 4πε0 R। आ तुहाडा फॉर्मूला आ। इत्थे सानू R की वैल्यू गिवन आ 1 मीटर, ठीक है जी। असी C की वैल्यू पता करनी आ। हुण बच्चे प्रॉब्लम यह आ कि 4πε0 की वैल्यू सानू नहीं पता, बट सानू इन्ना पता आ कि जिहड़ा 1/4πε0 आ दैट इज इक्वल टू 9 × 10⁻⁹ 9, ठीक है जी। ਇਹਦਾ मतलब ਇਹਦਾ ਰੈਸੀਪ੍ਰੋਕਲ ਲੈ ਲਓ ਤਾਂ 4πε0 ਦੀ ਵੈਲਿਊ ਕਿੰਨੀ ਆ ਜਾਊਗੀ 1 / 9 × 10⁻⁹ 9। ਸੋ ਇਹਦਾ ਮਤਲਬ ਇੱਥੇ ਅਸੀਂ ਲਿਖ ਸਕਦੇ ਹਾਂ 9 × 10⁻⁹ ਮਲਟੀਪਲਾਈ r ਦੀ ਵੈਲਿਊ 1 ਮੀਟਰ। ਸੋ 1 ਮੀਟਰ ਜਦੋਂ 1 ਨੂੰ 9 ਦੇ ਨਾਲ ਡਿਵਾਈਡ ਕਰਾਂਗੇ ਵੀ ਗੈਟ 0.11 × 10⁻9 ਉੱਪਰ ਜਾਏਗਾ ਤਾਂ -9 ਆ ਜਾਏਗਾ। क्लीयर हो गया। सो इदा का साडा कोई आंसर नहीं है, तो पॉइंट शिफ्ट करते हैं 1.1 × 10⁻⁻10 फैरड। इसका मतलब ऑप्शन नंबर A इज़ अ राइट आंसर। सो नैक्सट क्वेश्चन ते आ जाओ। देयर आर 2 चार्जिस। हुण बच्चे तुहाडे कोल 2 चार्जिस आ +1 माइक्रोकूलम एंड +5 माइक्रोकूलम। इसका मतलब Q1 Q2 तुहानू गिवन है। सो आ Q1 है और दिस इज Q2। हुण बच्चे देखो माइक्रोफैरड आ, कूलम आ, कूलम नू माइक्रोकूलम नू कूलम च कन्वर्ट करांगे तो 10⁻⁻6 ਦੇ ਨਾਲ ਤੁਹਾਨੂੰ ਮਲਟੀਪਲਾਈ ਕਰਨਾ ਪਏਗਾ। ਸੋ ਸਾਡੀ ਕੈਲਕੂਲੇਸ਼ਨ ਕੰਪਲਿਕੇਟਿਡ ਨਾ ਹੋਵੇ, ਇਸ ਕਰਕੇ ਅਸੀਂ ਮਾਈਕਰੋ ਕਪੈਸਿਟਰ ਹੀ ਰੱਖ ਦਿੰਨੇ ਆ, ਠੀਕ ਹੈ। ਦੈਨ ਕਿਉਂਕਿ ਅਸੀਂ ਰੇਸ਼ੋ ਨਿਕਾਲਨੀ ਆ, ਰੇਸ਼ੋ ਚਾਹੇ ਤੁਸੀਂ ਫੈਰਡ ਦੇ ਵਿੱਚ ਨਿਕਾਲ ਲਓ, ਕਪੈਸਿਟਰ ਦੇ ਵਿੱਚ ਨਿਕਾਲ ਲਓ, ਚਾਹੇ ਤੁਸੀਂ ਮਾਈਕਰੋ ਕਪੈਸਿਟਰ ਦੇ ਵਿੱਚ ਨਿਕਾਲ ਲਓ, ਤਾਂ ਰੇਸ਼ੋ ਆਲਵੇਜ਼ ਸੇਮ ਆਏਗੀ। उन्होंने कहा द रेशो ऑफ द फोर्स एक्टिंग ऑन दैम विल बी। रेशो किद्दां दी होएगी। सो फोर्स बच्चे दा फॉर्मूला की हुंदा F = 1/4πε0 Q1 Q2 / R²। Q1 की वैल्यू कितनी आ 1 और Q2 की वैल्यू कितनी आ 5। सो असी वैल्यूज़ पुट कर दित्तियां तो साडे कोल इक्वेशन नंबर आ गई 1। सो दिस इज़ आर इक्वेशन नंबर 1। हुण सैकेंड केस दे विच की आ, असी इह तों ऑपोजिट लवांगे, मतलब कि फोर्स सैकेंड वाले ने फस्ट ते कितना लगाया। सो F21 कितना होएगा अगेन 1/4πε0 Q1 Q2 / R²। हुण असी सिर्फ चेंज कर दिते, Q1 की जगह ते 5 लिख दिता ते Q2 की जगह ते 1 लिख दिता। सो दिस इज़ आर इक्वेशन नंबर 2। हुण दोनों का असी की निकालती, रेशो निकालती। जो रेशो निकालांगे सारी टर्म आ वाली सारी टर्म दे नाल कट्टी गई तो साडा आंसर कितना आ गया 1/1। सो माइक्रो कूलम नू कूलम च कन्वर्ट करन दा कोई फायदा नहीं होना सी, क्योंकि 10⁻⁻6 भी इत्थे कैंसल आउट हो जाना सी। सो आंसर सेम ही आना सी। नैक्सट है बच्चे अ चार्ज Q इज प्लेसड एट द सेंटर ऑफ अ लाइन ज्वाइनिंग टू एग्जैक्टली इक्वल पॉजिटिव चार्ज। सो 2 एग्जैक्टली इक्वल पॉजिटिव चार्ज आ Q के उपर रखे हुए आ। कहते दोनों का हैविंग चार्ज कैपिटल Q, दोनों का जोड़ा चार्ज आ कैपिटल Q आ। द सिस्टम ऑफ 3 चार्जिस विल बी इन इक्वलिब्रियम इफ Q इज़ इक्वल टू। हुण देखो कहते उदों ही ये इक्वलिब्रियम दे विच होएगा जदों Q की वैल्यू होएगी। Q की वैल्यू मतलब असीं फाइंड आउट करनी है स्मॉल q। क्लियर बच्चे क्वेश्चन क्लीयर हो गया। एक लाइन ज्वाइनिंग है जिथे 2 चार्जिस पे हुए, एक कैपिटल Q एक कैपिटल Q। असी कोई स्मॉल q चार्ज जिहड़ा आ इस पूरी लाइन के उपर किते सैट करना। हुण कित्थे सैट करना आ असीं देखदे हां, तो कहते इस तरीके ना सैट करना कि 3 दे 3 जोड़े चार्जिस आ वो इक्वलिब्रियम दे विच आ जाने। इफ Q इज़ हुण Q कितना होएगा कदों पहली गल बच्चे सिस्टम जो इक्वलिब्रियम दे विच कदों होएगा जदों नैट फोर्स जिहड़ी आ वो 0 होएगी।
ਇਹਦਾ ਮਤਲਬ ਸਾਨੂੰ ਫੋਰਸ ਪਤਾ ਕਰਨੀ ਪਏਗੀ। ਹੁਣ ਅਸੀਂ ਫੋਰਸ ਫਸਟ ਦੀ ਪਤਾ ਕਰਨ ਲੱਗੇ ਹਾਂ, ਇਹਦਾ ਮਤਲਬ F1 ਇਕੁਅਲਸ ਟੂ F2 ਹੋਏਗਾ। ਸੋ ਨੰਬਰ 1 ਅਸੀਂ ਫੋਰਸ ਪਤਾ ਕਰਾਂਗੇ Q ਤੋਂ ਲੈ ਕੇ Q ਤੱਕ। Q ਦੇ ਉੱਪਰ ਕਿੰਨਾ ਫੋਰਸ ਲੱਗ ਰਿਹਾ, ਫੋਰਸ ਕਿੰਨਾ ਲੱਗ ਰਿਹਾ 1/4 ਪਾਈ ਐਪਸਾਈਲਨ ਨੋਟ। ਪਹਿਲਾ ਚਾਰਜ ਕੌਣ ਆ Q ਡਿਵਾਈਡਡ ਬਾਈ ਆਰ ਸਕੇਅਰ, ਦੋਨਾਂ ਦੇ ਵਿਚਕਾਰਲੇ ਡਿਸਟੈਂਸ ਕਿੰਨੀ ਆ R, ਸੋ ਅਸੀਂ ਲਿਖ ਦਿੱਤਾ R ਸਕੇਅਰ ਪਲੱਸ। ਹੁਣ ਦੂਸਰਾ ਸਿਸਟਮ ਕੀ ਆ, ਦੂਸਰਾ ਕੀ ਲਿਖਣਾ ਆ, ਆਹ ਵਾਲੇ Q ਤੋਂ ਲੈ ਕੇ ਆਹ ਵਾਲੇ Q ਤੱਕ ਕਿੰਨਾ ਜਿਹੜਾ ਆ ਫੋਰਸ ਲੱਗ ਰਿਹਾ। ਸੋ ਫੋਰਸ 1/4 ਪਾਈ ਐਪਸਾਈਲਨ ਨੋਟ। ਪਹਿਲਾ ਚਾਰਜ ਕੌਣ ਆ Q, ਦੂਸਰਾ ਚਾਰਜ ਕੌਣ ਆ ਸਮੋਲ q, ਸੋ ਸਮੋਲ q ਡਿਵਾਈਡਡ ਬਾਈ r ਸਕੇਅਰ, ਉਹਨਾਂ ਦੋਨਾਂ ਦੇ ਵਿਚਕਾਰਲੇ ਡਿਸਟੈਂਸ ਕਿੰਨੀ ਆ r/2 ਦਾ ਹੋਲ ਸਕੇਅਰ ਇਕੁਅਲਸ ਟੂ 0। ਸੋ ਬੱਚੇ ਇੰਨੀ ਚੀਜ਼ ਕਲੀਅਰ ਹੋ ਗਈ। ਇੱਦਾਂ ਅਸੀਂ ਕਿਸ ਤਰੀਕੇ ਨਾਲ ਲਿਖੀ ਆ। ਸੋ ਨੈਕਸਟ ਅਸੀਂ ਕੀ ਕਰਨ ਲੱਗੇ ਹਾਂ 1/4 ਪਾਈ ਐਪਸਾਈਲਨ ਨੋਟ q ਸਕੇਅਰ ਡਿਵਾਈਡਡ ਬਾਈ q ਇੰਟੂ q ਕਿੰਨਾ ਹੋ ਗਿਆ q ਸਕੇਅਰ ਡਿਵਾਈਡਡ ਬਾਈ r ਸਕੇਅਰ ਇਕੁਅਲ ਟੂ ਜਿਹੜੀ ਇੱਕ ਪਾਸੇ ਟਰਮ ਸੀ ਅਸੀਂ ਦੂਸਰੇ ਪਾਸੇ ਲੈ ਕੇ ਜਾ ਰਹੇ ਹਾਂ। ਸੋ ਦੈਟ ਇਜ਼ 1/4 ਪਾਈ ਐਪਸਾਈਲਨ ਨੋਟ, ਦੂਸਰੇ ਪਾਸੇ ਬੱਚੇ ਪਲੱਸ ਦੀ ਸੀ, ਇੱਧਰ ਲੈ ਕੇ ਜਾਵਾਂਗੇ ਤਾਂ ਮਾਈਨਸ ਦੀ ਹੋ ਜਾਏਗੀ। ਫਸਟ ਚਾਰਜ ਕਿੰਨਾ ਸੀ Q, ਸੈਕਿੰਡ ਚਾਰਜ ਕਿੰਨਾ ਸੀ Q, ਦੋਨਾਂ ਦੇ ਵਿਚਕਾਰਲੀ ਡਿਸਟੈਂਸ ਕਿੰਨੀ ਸੀ r/2 ਦਾ ਹੋਲ ਸਕੇਅਰ। 1/4 ਪਾਈ ਐਪਸਾਈਲਨ ਨੋਟ 1/4 ਪਾਈ ਨਾਲ ਕੈਂਸਲ, ਇੱਕ Q ਜਿਹੜਾ ਆ ਉਹ ਇਸ Q ਦੇ ਨਾਲ ਕੈਂਸਲ। ਸੋ ਸਾਡੇ ਕੋਲ ਕਿੰਨਾ ਆ ਗਿਆ 1/r ਸਕੇਅਰ ਇਜ਼ ਇਕੁਅਲਸ ਟੂ Q ਡਿਵਾਈਡਡ ਬਾਈ r ਸਕੇਅਰ। ਐਜ਼ ਸੱਚ 2 2 ਆ 4 ਬਟਾ 4 ਸੀ ਤਾਂ ਇਹਨੂੰ ਉੱਪਰ ਲੈ ਜਾਓ ਬੱਚੇ, ਤਾਂ ਰੈਸੀਪ੍ਰੋਕਲ ਦੇ ਵਿੱਚ ਉੱਪਰ 4 ਚੱਲ ਜਾਏਗਾ। r ਸਕੇਅਰ ਦੇ ਨਾਲ r ਸਕੇਅਰ ਜਿਹੜਾ ਆ ਉਹ ਕੈਂਸਲ ਆਊਟ ਹੋ ਜਾਏਗਾ। ਇੱਥੇ ਮਾਈਨਸ ਦਾ ਸਾਈਨ ਤੁਹਾਡਾ ਨਾਲ ਆ ਬੱਚੇ। ਹੁਣ ਧਿਆਨ ਨਾਲ ਦੇਖੋ, ਇੱਥੇ ਇੱਕ Q ਪਿਆ ਆ, ਇਹਦਾ ਮਤਲਬ ਉਹਨਾਂ ਨੇ ਕਿਹਾ ਆ ਕਿ ਸਮੋਲ q ਕਿੱਦਾਂ ਦਾ ਆ, ਸਮੋਲ q ਕਿੱਦਾਂ ਦਾ ਆ, ਆਹ ਵਾਲਾ ਨੈਗੇਟਿਵ ਸਾਈਨ ਵੀ ਦੂਸਰੇ ਪਾਸੇ ਸ਼ਿਫਟ ਹੋ ਜਾਏਗਾ ਮਾਈਨਸ, ਆਹ ਵਾਲਾ 4 ਦੂਸਰੇ ਪਾਸੇ ਸ਼ਿਫਟ ਹੋ ਗਿਆ ਤਾਂ ਡਿਵਾਈਡਡ ਬਾਈ 4। ਸੋ q ਦਾ ਆਂਸਰ ਕਿੰਨਾ ਆ ਗਿਆ -q ਡਿਵਾਈਡਡ ਬਾਈ 4। ਸੋ ਆਪਸ਼ਨ ਨੰਬਰ A ਇਜ਼ ਅ ਰਾਈਟ ਆਂਸਰ। ਕਲੀਅਰ ਹੋ ਗਿਆ। ਸੋ ਬੱਚੇ ਬੁੱਕ ਦੇ ਵਿੱਚ ਇੱਥੇ ਮਿਸਟੇਕ ਹੈ, ਇੱਥੇ ਮਾਈਨਸ ਲਿਖਿਆ, ਇੱਥੇ ਮਾਈਨਸ ਨਹੀਂ ਆਉਣਾ, ਇੱਥੇ ਪਲੱਸ ਆਉਣਾ, ਕਿਉਂਕਿ ਦੋਨਾਂ ਦਾ ਫੋਰਸ ਪੋਜ਼ਿਟਿਵ ਚਾਰਜਸ ਆ। ਸੋ ਦੋਨੋਂ ਪੋਜ਼ਿਟਿਵ ਚਾਰਜ ਹੀ ਲਿਖਾਂਗੇ। ਨਾਓ ਕੁਐਸਚਨ ਨੰਬਰ 5 ਇਜ਼ ਆਲਮੋਸਟ ਸੇਮ ਆ, ਇਕੁਅਲ ਹੈ ਜਿੱਦਾਂ ਦਾ ਅਸੀਂ 4th ਕੁਐਸਚਨ ਕੀਤਾ ਆ। ਸੋ ਬੱਚੇ ਖੁਦ ਟਰਾਈ ਕਰਕੇ ਦੇਖਣਾ, ਸੇਮ ਆ ਉਹਦੇ ਵਰਗਾ ਹੀ ਆ, ਥੋੜੀ ਜਿਹੀ ਸਟੇਟਮੈਂਟ ਚੇਂਜ ਆ, ਥੋੜਾ ਜਿਹਾ ਮੈਥਡ ਚੇਂਜ ਆ ਥੋੜਾ ਜਿਹਾ, ਅਦਰਵਾਈਜ਼ ਤੁਸੀਂ ਕਰ ਸਕਦੇ ਆ, ਇਹਨੂੰ ਕਰਕੇ ਜ਼ਰੂਰ ਦੇਖਣਾ। ਸੋ ਬੱਚੇ ਨੈਕਸਟ ਕੁਐਸਚਨ ਦੇਖੋ, ਕੁਐਸਚਨ ਨੰਬਰ 6। ਇਹ ਇੰਪੋਰਟੈਂਟ ਕੁਐਸਚਨ ਆ ਔਰ ਬੱਚਿਆਂ ਨੂੰ ਕਾਫੀ ਕਨਫਿਊਜ਼ ਕਰਦਾ ਇਹ ਕੁਐਸਚਨ। ਦੇਖੋ ਦ ਪੁਆਇੰਟ ਚਾਰਜਸ Q ਐਂਡ -2Q ਆਰ ਪਲੇਸਡ ਸਮ ਡਿਸਟੈਂਸ ਅਪਾਰਟ। ਸਭ ਤੋਂ ਪਹਿਲਾਂ ਤਾਂ ਆਪਾਂ ਇੱਕ ਡਾਇਗਰਾਮ ਬਣਾ ਲੈਂਦੇ ਆ ਸਮਝਣ ਦੇ ਲਈ, ਠੀਕ ਹੈ। ਅਸੀਂ ਦੋ ਚਾਰਜਸ ਬਣਾ ਲਏ, ਇੱਕ Q ਬਣਾ ਲਿਆ ਔਰ ਇੱਕ -2Q ਬਣਾ ਲਿਆ। ਪਲੇਸਡ ਸਮ ਡਿਸਟੈਂਸ ਅਪਾਰਟ, ਕੁਛ ਡਿਸਟੈਂਸ ਤੇ ਇਹਨਾਂ ਨੂੰ ਰੱਖਿਆ ਗਿਆ। ਇਫ ਦ ਇਲੈਕਟ੍ਰਿਕ ਫੀਲਡ ਲੋਕੇਟਿਡ ਆਫ Q ਇਜ਼ E, ਮੰਨ ਲਓ Q ਦੇ ਉੱਪਰ ਜਿਹੜੀ ਇਲੈਕਟ੍ਰਿਕ ਫੀਲਡ ਲੱਗ ਰਹੀ ਆ ਉਹ E ਆ, ਤਾਂ ਕਹਿੰਦੇ ਇਲੈਕਟ੍ਰਿਕ ਫੀਲਡ ਐਟ ਅ ਲੋਕੇਸ਼ਨ -2Q ਵਿਲ ਬੀ। ਅਸੀਂ ਇੱਥੇ ਜਿਹੜੀ ਇਲੈਕਟ੍ਰਿਕ ਫੀਲਡ ਆ E' ਜਿਹੜੀ ਪਤਾ ਕਰਨੀ, ਇੱਥੇ ਜਿਹੜੀ E ਲੱਗ ਰਹੀ ਆ ਉਹ ਸਾਨੂੰ ਪਤਾ ਆ, ਦੈਟ ਇਜ਼ 1/4 ਪਾਈ ਐਪਸਾਈਲਨ ਨੋਟ ਬ੍ਰੈਕਟ ਸਟਾਰਟ। ਬੱਚੇ ਇੱਥੇ ਇਲੈਕਟ੍ਰਿਕ ਫੀਲਡ ਕਿਹੜੀ ਲੱਗ ਰਹੀ ਆ ਇਹਦੇ ਕਰਕੇ, ਸੋ ਦੈਟ ਇਜ਼ ਵਾਈ ਇੱਥੇ -2Q ਡਿਵਾਈਡਡ ਬਾਈ ਇਹਨਾਂ ਦੋਨਾਂ ਦੇ ਵਿਚਕਾਰ ਪਰਟੀਕੂਲਰ ਕੋਈ ਨਾ ਕੋਈ ਡਿਸਟੈਂਸ ਆ, ਦੈਟ ਇਜ਼ R ਸਕੇਅਰ। ਹੁਣ E' ਕਿੱਥੋਂ ਪਤਾ ਕਰਾਂਗੇ, E' ਕਿੱਦਾਂ ਪਤਾ ਕਰਾਂਗੇ, E' ਇਜ਼ ਇਕੁਅਲਸ ਟੂ 1/4 ਪਾਈ ਐਪਸਾਈਲਨ ਨੋਟ। ਹੁਣ ਜਿਹੜਾ ਆਹ ਵਾਲਾ 2Q ਸੀ, ਇੱਥੇ ਕਿਹੜਾ ਚਾਰਜ ਲੱਗ ਰਿਹਾ ਇਹਦੇ ਕਰਕੇ, ਇਹਦਾ ਮਤਲਬ ਇੱਥੇ ਕੀ ਲਿਖਾਂਗੇ Q ਡਿਵਾਈਡਡ ਬਾਈ R ਸਕੇਅਰ। ਹੁਣ ਅਸੀਂ ਦੋਨਾਂ ਦੀ ਰੇਸ਼ੋ ਨਿਕਾਲਣੀ ਆ, ਇਹਦਾ ਮਤਲਬ E'/E। ਸੋ ਇੱਥੇ ਕਿੱਦਾਂ ਲਿਖਾਂਗੇ 1/4 ਪਾਈ ਐਪਸਾਈਲਨ ਨੋਟ -2Q ਡਿਵਾਈਡਡ ਬਾਈ R ਸਕੇਅਰ। R ਸਕੇਅਰ ਨਾਲ R ਸਕੇਅਰ ਕੈਂਸਲ, Q ਦੇ ਨਾਲ Q ਕੈਂਸਲ, 4 ਪਾਈ ਐਪਸਾਈਲਨ ਨੋਟ ਸਾਡੇ ਕੋਲ ਕੀ ਬਚ ਗਿਆ -1/2। ਸੋ E' ਦਾ ਆਂਸਰ ਕਿੰਨਾ ਆ ਗਿਆ, ਆ E ਦੂਸਰੀ ਤਰਫ ਲੈ ਕੇ ਤਾਂ -E/2 -E/2 ਮਤਲਬ ਆਪਸ਼ਨ ਨੰਬਰ A ਇਜ਼ ਅ ਰਾਈਟ ਆਂਸਰ। ਡਨ। ਸੋ ਕੁਐਸਚਨ ਨੰਬਰ ਬੱਚੇ 7th ਖੁਦ ਟਰਾਈ ਕਰਕੇ ਦੇਖ ਲੈਣਾ। Force of traction between 2 points electric charge placed at a distance d in a medium is F. What distance apart should be kept in a same medium so that the force between them is a F/3, ਤਾਂ ਕਿ ਫੋਰਸ ਜਿਹੜਾ ਆ F/3 ਹੋਵੇ। ਸੋ ਚਲੋ ਕਰਦੇ ਆ ਇਹਨੂੰ। ਪਹਿਲਾਂ ਫੋਰਸ ਲਿਖ ਲਿਆ 1/4 ਪਾਈ ਐਪਸਾਈਲਨ ਨੋਟ Q1 Q2 ਡਿਵਾਈਡਡ ਬਾਈ D ਸਕੇਅਰ।
ਉਹ ਕਹਿੰਦੇ ਕਿਹੜੀ ਫੋਰਸ ਤੇ ਰੱਖਿਆ ਜਾਵੇ ਕਿ ਜਿਹੜੀ ਸਾਡੀ ਫੋਰਸ ਆ ਉਹ 1/3 ਕਿੰਨੇ ਡਿਸਟੈਂਸ ਤੇ ਰੱਖਿਆ ਜਾਵੇ ਕਿ ਜਿਹੜੀ ਸਾਡੀ ਫੋਰਸ ਆ ਉਹ F/3 ਹੋ ਜਾਵੇ। ਇਹਦਾ ਮਤਲਬ ਸੈਕੰਡ ਇਕੁਏਸ਼ਨ ਕੀ ਕਰਾਂਗੇ, ਜਿੱਥੇ ਤੁਹਾਡੀ F ਸੀ ਉਹਦੀ ਜਗ੍ਹਾ ਤੇ ਅਸੀਂ ਕੀ ਲਿਖ ਦਿੱਤਾ F/3, ਉਹਦੀ ਜਗ੍ਹਾ ਤੇ ਕੀ ਲਿਖ ਦਿੱਤਾ F/3 1/4πε0 Q1 Q2 ਡਿਵਾਈਡਡ ਬਾਈ D ਡੈਸ਼ ਸਕੁਅਰ। ਸੋ ਆ ਸਾਡੀ ਸੈਕੰਡ ਇਕੁਏਸ਼ਨ ਬਣ ਗਈ। ਦੋ ਇਕੁਏਸ਼ਨਸ ਆ ਗਈਆਂ, ਇੱਕ ਇਕੁਏਸ਼ਨ ਉੱਪਰ ਹੈ ਆ ਰਹੀ ਔਰ ਸੈਕੰਡ ਇਕੁਏਸ਼ਨ ਬੱਚੇ ਇਹਨੂੰ ਲੈ ਲਓ ਜਿਹੜੀ ਅਸੀਂ ਹੁਣ ਮੰਨੀ ਆ। ਹੁਣ ਇਹਦੇ ਵਿੱਚ F ਦੀ ਜਿਹੜੀ ਵੈਲਿਊ ਪੁੱਟ ਕਰ ਦਿਓ, F ਦੀ ਵੈਲਿਊ ਕਿੰਨੀ ਆ 1/4πε0 Q1 Q2 ਡਿਵਾਈਡਡ ਬਾਈ D ਸਕੁਅਰ। ਹੁਣ ਇਹਦੇ ਵਿੱਚੋਂ ਜੇ ਕੋਈ ਟਰਮ ਆਪਸ ਵਿੱਚ ਕੱਟ ਹੁੰਦੀ ਆ ਤਾਂ ਕੱਟ ਦਿਓ। ਸੋ ਜਿਹੜੀ ਟਰਮ ਕੱਟ ਹੁੰਦੀ ਆ ਉਹ ਕੱਟ ਦਿਓ। ਇਹਦਾ ਮਤਲਬ 1/3D ਸਕੁਅਰ ਇਜ਼ ਇਕੁਅਲਸ ਟੂ 1D ਡੈਸ਼ ਦਾ ਹੋਲ ਸਕੁਅਰ। ਸੋ ਅਸੀਂ ਲਿਖ ਸਕਦੇ ਹਾਂ 3D ਸਕੁਅਰ ਇਜ਼ ਇਕੁਅਲਸ ਟੂ D ਡੈਸ਼ ਸਕੁਅਰ। ਸਾਨੂੰ ਕੱਲਾ D ਡੈਸ਼ ਚਾਹੀਦਾ ਆ। ਸੋ ਸਕੁਅਰ ਦੂਸਰੇ ਪਾਸੇ ਜਾਏਗਾ ਤਾਂ ਅੰਡਰ ਰੂਟ ਬਣ ਜਾਏਗਾ √3। ਇੱਧਰ ਬੱਚੇ ਅੰਡਰ ਰੂਟ ਲਵਾਂਗੇ ਤਾਂ ਸਕੁਅਰ ਕੱਟਿਆ ਗਿਆ ਤਾਂ ਕੱਲਾ D। ਸੋ D ਡੈਸ਼ ਦਾ ਆਂਸਰ ਕਿੰਨਾ ਆ ਗਿਆ √3D। ਡਨ। ਸੋ ਇਹਦੇ ਨਾਲ ਦਾ ਹੀ ਬੱਚੇ ਕੁਐਸਚਨ ਆ ਤੁਹਾਡਾ ਕੁਐਸਚਨ ਨੰਬਰ 8। ਸੋ ਬੱਚੇ 7th ਕੁਐਸਚਨ ਮੈਂ ਤੁਹਾਨੂੰ ਐਕਸਪਲੇਨ ਕਰ ਦਿੱਤਾ। ਟਰਾਈ ਕਰਨਾ ਕਿ ਜਿਹੜਾ 8th ਕੁਐਸਚਨ ਆ ਉਹ ਤੁਸੀਂ ਖੁਦ ਟਰਾਈ ਕਰੋ। Next आज बच्चे calculate the Coulomb's force between the two alpha particles separated by a distance of 3.2 into 10 raised to the power minus 15. So बच्चे जी force पता करना that is 1/4πε0 Q1 Q2 divided by r square. Now what is the value of 1/4πε0? 9 into 10 raised to the power 9. Q1 that is the alpha particle, ਜਿਹੜਾ alpha particle ਹੁੰਦਾ that is 2 times electron. So 2e ਦੇ equal ਹੁੰਦਾ। ਇਹਦਾ ਮਤਲਬ ਅਸੀਂ ਲਿਖ ਸਕਦੇ ਹਾਂ 2 × 1.6 into 10 raised to the power minus 19 ਦਾ ਸਕੁਅਰ। ਬੱਚੇ ਕਿਉਂਕਿ Q1 Q2 both are same ਚਾਰਜਿਸ ਹੀ ਆ। ਸੋ ਅਸੀਂ Q1 Q2 ਦੀ ਜਗ੍ਹਾ ਤੇ Q ਲਿਖ ਦਿੱਤਾ ਤੇ Q ਦੀ ਜਗ੍ਹਾ ਤੇ 2e। E ਦੀ ਵੈਲਿਊ ਸਟੈਂਡਰਡ ਆ 1.6 into 10 raised to the power minus 19 ਡਿਵਾਈਡਡ ਬਾਈ r ਸਕੁਅਰ। r ਦੀ ਵੈਲਿਊ ਕਿੰਨੀ ਆ 3.2 into 10 raised to the power minus 15 ਦਾ ਹੋਲ ਸਕੁਅਰ। ਜਦੋਂ ਇਹ ਸਾਰੀ ਇਕੁਏਸ਼ਨ ਨੂੰ ਸੋਲਵ ਕਰੋਗੇ ਤਾਂ ਬੱਚੇ ਤੁਹਾਡਾ 90 ਨਿਊਟਨ ਜਿਹੜਾ ਆ ਉਹ ਆਨਸਰ ਆ ਜਾਏਗਾ ਵਿਚ ਇਜ਼ ਆਪਸ਼ਨ ਨੰਬਰ B। ਹੁਣ ਬੱਚੇ 10th ਕੁਐਸਚਨ ਹੈ। 10th ਕੁਐਸਚਨ ਕੇਅਰਫੁਲੀ ਸਮਝਣਾ। 10 electrons has been removed from each atom to form ions। ਕਹਿੰਦੇ 10 ਇਲੈਕਟ੍ਰੋਨਸ ਜਿਹੜੇ ਆ ਰਿਮੂਵ ਕਰ ਦਿੱਤੇ ਗਏ ਤਾਂ ਆਇਨਸ ਬਣ ਗਏ। ਫਾਈਂਡ ਦ ਇਲੈਕਟ੍ਰੋਸਟੈਟਿਕ ਫੋਰਸ between two such ions which separated by a distance of 4 angstrom in a meter of dielectric constant K। ਹੁਣ dielectric constant ਜਿਹੜਾ ਆ ਸਾਨੂੰ ਗਿਵਨ ਆ, ਅਸੀਂ ਪਤਾ ਕੀ ਕਰਨਾ ਫੋਰਸ। ਸੋ ਫੋਰਸ ਦਾ ਫਾਰਮੂਲਾ ਕੀ ਆ F is equals to 1/4πε0 Q1 Q2 divided by r square। Now what is 1/4πε0? So this is 9 into 10 raised to the power 9। Q1 ਦੀ ਵੈਲਿਊ ਕਿੰਨੀ ਆ ਸਾਡੇ ਕੋਲ 10 ਇਲੈਕਟ੍ਰੋਨਸ ਜਿਹੜੇ ਬਾਹਰ ਕੱਢੇ ਗਏ। ਸੋ Q ਦੀ ਜਗ੍ਹਾ ਤੇ ਕੀ ਲਿਖਾਂਗੇ NE। ਕਿੰਨੇ ਨੰਬਰ ਆਫ ਇਲੈਕਟ੍ਰੋਨ ਬਾਹਰ ਕੱਢੇ ਗਏ 10। E ਦੀ ਵੈਲਿਊ 1.6 into 10 raised to the power minus 19। ਸੋ ਇੱਥੇ ਪੁੱਟ ਕਰ ਦਿੱਤਾ 1.10 into 1.6 into 10 raised to the power minus 19 ਦਾ ਹੋਲ ਸਕੁਅਰ। ਕਿਉਂਕਿ Q1 Q2 both are same। ਸੋ ਅਸੀਂ ਸਕੁਅਰ ਦੀ ਫਾਰਮ ਦੇ ਵਿੱਚ ਲਿਖ ਸਕਦੇ ਹਾਂ Q ਸਕੁਅਰ। Q1 Q2 ਦੀ ਜਗ੍ਹਾ ਤੇ Q ਸਕੁਅਰ ਲਿਖ ਸਕਦੇ ਹਾਂ। ਆਰ ਡਿਸਟੈਂਸ ਕਿੰਨਾ ਆ ਡਿਸਟੈਂਸ ਆ 4 angstrom। angstrom ਨੂੰ ਮੀਟਰ 'ਚ ਕਨਵਰਟ ਕੀਤਾ 4 into 10 raised to the power minus 10 ਮੀਟਰ ਦਾ ਹੋਲ ਸਕੁਅਰ। ਕਲੀਅਰ ਹੋ ਗਿਆ ਜੀ। ਹੁਣ ਉਹਨਾਂ ਨੇ ਕਿਹਾ ਆ ਇੱਥੇ ਡਾਇਲੈਕਟ੍ਰਿਕ ਕਾਂਸਟੈਂਟ। ਡਾਇਲੈਕਟ੍ਰਿਕ ਕਾਂਸਟੈਂਟ ਮਤਲਬ ਡਿਵਾਈਡਡ ਬਾਈ ਡਾਇਲੈਕਟ੍ਰਿਕ ਕਾਂਸਟੈਂਟ। ਸੋ 1/k ਦੇ ਨਾਲ ਤੁਸੀਂ ਇਹਨੂੰ ਜਿਹੜਾ ਆ ਡਿਵਾਈਡ ਕਰ ਦਿਓ। ਸੋ ਦਿਸ ਇਜ਼ 1/4। ਸੋ ਆ ਸਾਰੀ ਇਕੁਏਸ਼ਨ ਨੂੰ ਬੱਚੇ ਕੈਲਕੂਲੇਟ ਕਰੋ, ਤੁਹਾਡਾ ਆਨਸਰ ਆ ਜਾਏਗਾ 3.6 into 10 raised to the power 8 ਨਿਊਟਨ। ਸੋ ਬੁੱਕ ਦੇ ਵਿੱਚ ਸੋਲਿਊਸ਼ਨ ਗਿਵਨ ਹੈ ਬੱਚੇ, ਤੁਸੀਂ ਸੋਲਿਊਸ਼ਨ ਦੇਖ ਵੀ ਸਕਦੇ ਆ। ਬਾਕੀ ਕੈਲਕੂਲੇਸ਼ਨ ਤਾਂ ਤੁਸੀਂ ਖੁਦ ਹੀ ਕਰਨੀ ਆ। ਸੋ ਟਰਾਈ ਕਰੋ। ਸਾਇੰਟੀਫਿਕ ਕੈਲਕੂਲੇਟਰ ਪੇਪਰ ਦੇ ਵਿੱਚ ਅਲਾਉਡ ਨਹੀਂ ਆ, ਬਟ ਸਿੰਪਲ ਕੈਲਕੂਲੇਟਰ ਤੁਸੀਂ ਯੂਜ਼ ਕਰ ਸਕਦੇ ਆ, ਤਾਂ ਉਹ ਟਰਾਈ ਕਰੋ। ਠੀਕ ਹੈ। ਸੋ ਬੱਚੇ ਇਹਦੇ ਨਾਲ ਦੇ ਸੇਮ ਕੁਐਸਚਨ ਆ। ਕੁਐਸਚਨ ਨੰਬਰ 10 ਵਰਗਾ ਹੀ ਕੁਐਸਚਨ ਨੰਬਰ 11 ਔਰ 12 ਆ, ਸੇਮ ਆ। ਬੱਚੇ ਟਰਾਈ ਕਰਕੇ ਦੇਖੋ। ਕਾਫੀ ਸਾਰੇ ਬੱਚੇ ਇੱਦਾਂ ਦੇ ਹੁੰਦੇ ਆ ਕਿ ਮੈਮ ਜਦੋਂ ਤੁਸੀਂ ਕੁਐਸਚਨ ਕਰਵਾਉਂਦੇ ਆ ਤਾਂ ਸਾਨੂੰ ਪਲੀਜ਼ ਹੋਮਵਰਕ ਨਾਲ ਦੇ ਦਿਆ ਕਰੋ ਤਾਂ ਕਿ ਅਸੀਂ ਪ੍ਰੈਕਟਿਸ ਕਰ ਸਕੀਏ। ਐਕੂਰੇਟ ਦੀ ਬੁੱਕ ਦੇ ਵਿੱਚ ਬੱਚੇ ਇੰਨੇ ਜ਼ਿਆਦਾ ਕੁਐਸਚਨਸ ਹੈਗੇ ਆ ਜਾਂ ਸਿਮਿਲਰ ਕੁਐਸਚਨਸ ਹੈਗੇ ਆ ਕਿ ਤੁਸੀਂ ਪ੍ਰੈਕਟਿਸ ਵੀ ਕਰ ਸਕਦੇ ਆ। ਸੋ ਕੁਐਸਚਨ ਨੰਬਰ 10 ਤੁਹਾਨੂੰ ਸਮਝ ਲੱਗ ਗਿਆ ਤਾਂ ਕੁਐਸਚਨ ਨੰਬਰ 11 ਔਰ 12 ਜਿਹੜਾ ਆ ਖੁਦ ਟਰਾਈ ਕਰਕੇ ਦੇਖੋ। ਨੈਕਸਟ ਆ ਜਾਓ ਕੁਐਸਚਨ ਨੰਬਰ 13 ਤੇ।
टू सिमिलर चार्जिस रिपैल ईच अदर, दो सिमिलर चार्जिस है तो मतलब Q1 Q2 जोड़ा आ बोथ आर इक्वल चार्जिस, असी लिख सकते हैं Q1 इक्वल टू Q2 इक्वल टू Q विद अ फोर्स ऑफ 44.1। सो एफ थानू गिवन है 44.1 न्यूटन प्लेस्ड 2 सेंटीमीटर। हुण आर थानू गिवन आ 2 सेंटीमीटर, सेंटीमीटर नू मीटर दे विच कन्वर्ट कर लेना, दैट इज़ 0.02 0.02 मीटर। कैलकुलेट द स्ट्रेंथ ऑफ द चार्ज, ਇਹਦਾ मतलब क्यू की वैल्यू ਅਸੀਂ फाइंड आउट करनी आ। बिल्कुल टॉप के उपर बच्चे मैं सॉल्व करके दिखा दिता। एफ के इक्वल आ 1/4 पाई एप्सिलॉन नॉट Q1 Q2 मतलब बोथ आर सेम चार्जिस, सो Q स्केयर डिवाइडेड बाय R स्केयर। सो इसकी वैल्यू कितनी होंगी है 9 × 10⁻⁹ तो Q की वैल्यू सानू नहीं पता, SH लिख दो। R की वैल्यू कितनी है 0.02 द होल स्केयर। सो सारी इक्वेशन को सॉल्व करके देख लो बच्चे। इस तो बाद आ सॉल्व किया, इस तो बाद आ सॉल्व किया, दैन कंटिन्यूसली सॉल्व करते करते 1.4 माइक्रोकूलम जोड़ा आ आंसर आ जाएगा। सो साइड पर सारा सॉल्व किया होया बच्चे, ट्राई करके देख लेना। क्वेश्चन नंबर 14 15 ईजी क्वेश्चन आ, बहुत ज़्यादा ईजी क्वेश्चन आ बच्चे। पेपर के विच जिहड़ा आने दे चांसिस कह लो हैगी आ, क्योंकि पंजाब बोर्ड के क्वेश्चन दे इस बार करोना दे विच बच्चे क्वेश्चन जिहड़े MCQs न्यूमैरिकल बेस्ड आ, बहुत ज़्यादा डिफिकल्ट नहीं आ रहे। सो इसदा मतलब ये वाले क्वेश्चन मोस्ट इंपॉर्टेंट है, इन्हूं ध्यान नाल एक बारी कर लेना। सो ये सारे क्वेश्चंस करके देख लेना। अगर नहीं किसी का आंसर आएगा तो बच्चे कमेंट सैक्शन के विच जरूर पूछ लेना, या फिर टैलीग्राम चैनल पर भी पूछ सकते हैं। नेक्स्ट आ जाओ, द फोर्स बिटवीन 2 इलैक्ट्रॉन्स वैन प्लेस्ड इन एयर इज इक्वल टू 0.5 टाइम्स द वेट ऑफ एन इलैक्ट्रॉन। फाइंड द डिस्टेंस बिटवीन द 2 इलैक्ट्रॉन्स। असी दोनों इलैक्ट्रॉन्स के विचकारली डिस्टेंस पता करनी, मतलब आर पता करनी। सो सिमिलर बच्चे सेम जिदा पहला क्वेश्चन करके हटे उदा ही आ। फोर्स के इक्वल आ 1/4 पाई एप्सिलॉन नॉट Q1 Q2 डिवाइडेड बाय R स्केयर। हुण Q1 Q2 की जगह पर की लवांगे 2 इलैक्ट्रॉन्स, 2 इलैक्ट्रॉन्स मतलब E × E। सो असी की कर रहे हैं 2 इलैक्ट्रॉन्स की जगह पर असी की लिख रहे हैं E × E डिवाइडेड बाय R स्केयर। ठीक है जी। सो फॉर्मूला थोड़े को आ गया 1/4 पाई एप्सिलॉन नॉट E स्केयर डिवाइडेड बाय R स्केयर। R की वैल्यू तुसी पता करनी है। सो R नू एक पासे पिया रहन दो, R स्केयर एक पासे ले जाओ। दूसरी तरफ की आ जाएगा 1/4 पाई एप्सिलॉन नॉट E स्केयर डिवाइडेड बाय F। सो स्केयर नू हटा दो, दूसरी तरफ अंडर रूट आ जाएगा। सो 1/4 पाई की वैल्यू कितनी है 9 × 10⁻⁹। E की वैल्यू कितनी है 1.6 × 10⁻⁻19 द होल स्केयर। और फोर्स थानू कितनी गिवन है, फोर्स की बच्चे वैल्यू जी आ दैट इज़ 0.5 टाइम्स द वेट ऑफ द इलैक्ट्रॉन। सो फोर्स की जगह तो जरा तुसी लिखोगे 0.5, मास ऑफ इलैक्ट्रॉन कितना आ 9.1 × 10⁻⁻31। सो ये मल्टीप्लाई कर दोगे तुसी तो जोड़ा थोड़ा आंसर है वो आ जाएगा। सो बच्चे जो असी फोर्स लवांगे ध्यान रखना, फोर्स के इक्वल होंदा मास इंटू एक्सलेरेशन। सो मास के इक्वल आ 0.5 इंटू मास ऑफ इलैक्ट्रॉन। मास ऑफ इलैक्ट्रॉन कितना होंदा 9.1 × 10⁻⁻31 एंड एक्सलेरेशन की जगह पर लवांगे ग्रैविटी विच इज़ 9.8। सो आ सारी टर्म नू दिस इज़ इक्वल्स टू फोर्स। सो ये बच्चे फोर्स की जगह पर तुसी आ वैल्यू पुट करनी आ। सो बाकी तो कैलकुलेशन आ, तुसी सिंपल कैलकुलेटर की हेल्प के नाल बच्चे कैलकुलेशन कर सकते हैं, बट साइंटिफिक कैलकुलेटर अलाउड नहीं आ। नैक्सट क्वेश्चन नंबर 20 जोड़ा तुसी खुद ट्राई करके देखोगे, नहीं होएगा तो पूछ लेना। नैक्सट क्वेश्चन नंबर 21 ते आ जाओ। 21 क्वेश्चन नंबर बच्चे अज तो 2-3 साल पहला जोड़े इदा के क्वेश्चन पंजाब बोर्ड के विच मोस्ट इंपॉर्टेंट सी, पर अजकल इदा के क्वेश्चनस नूं घट प्रैफरेंस दी जा रही है, मतलब कि इंपॉर्टेंट की लिस्ट के विचों जोड़े न्यूमैरिकल्स आ बाहर जा चुके आ। सो ਜਿਹੜੇ ਤਾਂ ਇੰਟੈਲੀਜੈਂਟ ਬੱਚੇ ਆ ਉਹ ਜ਼ਰੂਰ ਧਿਆਨ ਨਾਲ क्वेश्चन नंबर 21 करके जान। जिन्हों ਨੂੰ ਬਿਲਕੁਲ ਨੂਮੈਰੀਕਲ नहीं समझ लग रहे ਉਹ ਬੱਚੇ ਆ ਛੱਡ ਕੇ ਜਾ ਸਕਦੇ। ਜਿਹੜੇ ਐਵਰੇਜ ਬੱਚੇ ਇੱਕ ਵਾਰੀ ਦੇਖ ਲਓ, ਹੋ ਸਕਦਾ ਤੁਹਾਡੇ ਕਿਤੇ ਕੰਮ ਆ ਜਾਣ। ਸੋ ਦੇਖ ਲਓ 2 point charges -16 microcoulomb and +9 microcoulomb are placed 8 centimeter apart in air। सो एयर के अंदर कहते दो जोड़े चार्ज पार्टिकल रख दिते गए। सो तुसी डायग्राम चैक कर सकते हैं, एक ए आ रख दिता तो बी आ रख दिता, दोनों के विचकारली डिस्टेंस कितनी आ 8 सेंटीमीटर। डिटर्मिन द पॉइंट एट विच द रिजल्टेंट इलैक्ट्रिक फील्ड इज़ 0। सो इलैक्ट्रिक फील्ड कित्थे जाके जिहड़ी आ तुहाडी 0 होएगी, असी वो फाइंड आउट करना। जो भी इदा दा न्यूमैरिकल आएगा असी की करना, इलैक्ट्रिक फील्ड जिहड़ी फस्ट ते वो इक्वल होएगी इलैक्ट्रिक फील्ड 2 दे।
सो फर्स्ट की आ 1/4 पाई एप्सैलन नॉट। हुण बच्चे ध्यान दिओ, ये कोई ना कोई पॉइंट सी जिहड़ा बाहर होएगा, अगर एक चार्ज जिहड़ा माइनस का तो दूसरा चार्ज जिहड़ा प्लस का आ, तो हमेशा जिहड़ा तुहाडा पॉइंट चार्ज पी आ वो आउटसाइड द डाईपोल लाई करेगा। क्लीयर हो गया। सो पी जिहड़ा पॉइंट आ वो की हो जाएगा तुहाडा आउटसाइड द डाईपोल। हुण देखो सी अगर बाहर आ तो ए तो लैके सी तक की टोटल डिस्टेंस कितनी होगी 18 + x। सो कितनी होगी Q डिवाइडेड बाय Q1 डिवाइडेड बाय 18 प्लस 8 + x का होल स्केयर इज इक्वल टू 1/4 पाई एप्सैलन नॉट Q2 डिवाइडेड बाय हुण B तो लैके C तक की डिस्टेंस कितनी आ ओनली x। सो इत्थे लिख दिता x स्केयर। आ सारी टर्म आ वाली सारी टर्म दे नाल कैंसल आउट होगी। सो Q1 की वैल्यू असी पुट की, Q1 की वैल्यू कितनी आ 16 × 10⁻⁻6 और दूसरे पासे कितनी आ 9 × 10⁻⁻6। -6 ना -6 कट्टिया गया। हुण असी की किता दोनों पासे अंडर रूट ले लिया। दोनों पासे अंडर रूट लवांगे तो बच्चे 16 का नूं बाहर निकालांगे तो 4 4 ज़ा 16 10⁻⁻6 आ इनू किद्दां लिख सकते हैं 10⁻³ का होल स्केयर। जो यदा अंडर रूट लवांगे स्केयर के नाल अंडर रूट कट्टिया गया, सिर्फ 10⁻³ जिहड़ी आ बाहर आ गई। अच्छा बच्चे काफ़ी बच्चों को ये नहीं पता होंदा कि अगर अंडर रूट के अंदर मान लो जिद्दां 16 × 10⁻⁻6 आ हुण -7 हुंदा तो असीं इहनूं किद्दां सॉल्व करदे। हमेशा याद रखो अंडर रूट के अंदर अगर जदों भी कोई पावर दे विच टर्म आ जाए इनू किद्दां सॉल्व किया जाता है, इनू हमेशा ईवन नंबर दे विच रखना, या तो इनू 6 बना दो या इनू 8 बना दो। असी की कीता 10 नाल मल्टीप्लाई ते 10 नाल डिवाइड कर दिता, इत्थे बन गया 1.6। बच्चे आह नुमैरिकल तो हट के चीज़ समझा रही हैं, कन्फ्यूज़ ना होना भी आ कैलकुलेशन तो नुमैरिकल च है ही नहीं। मैं ये समझा रही हाँ कि अंडर रूट के अंदर अगर थोड़ा ऑड नंबर आ जाए 10 की पावर ऑड आ जाए इनू किद्दां सॉल्व किया जाएगा। सो ये एक्सट्रा चीज़ समझा रही हाँ। सो साइड पर किते लिख लेना, ठीक है, कन्फ्यूज़ नहीं होना। हुण वैन बेसिस आ सेम दैन पावर्स आर एडिड तो 10 की पावर यदि 1 आ 7 आ -7 चो 1 गए तो -6 हो गया ईवन नंबर। ईवन नंबर नूं जदों अंडर रूट चो बाहर कढ़ना इहदा हाफ कर देना। 6 का हाफ कितना हुंदा 3। सो बाहर कितना आ जाऊगा -3। जे अंडर रूट 8 पावर 8 हुंदी तो इहदा हाफ कितना आ 4। इहदा मतलब 10 की पावर 4 जिहड़ा आ बाहर आ जाएगा। हुण मान लो तुहाडे को आ गया 10 की पावर 23। मैं कहां इहनूं सॉल्व करके दिखाओ तो की करूँगे असी एक 10 के नाल डिवाइड तो एक 10 के नाल मल्टीप्लाई कर दिता। ऊपर बन गया 10 की पावर 4, नीचे बन गया 10। सो अंदर कितना आ गया 0.1 अंदर रह जाऊगा आ पॉइंट, या सीधा लिख लो 1/10 तो 1/10 की पावर 4 नूं बाहर निकाला तो 10 की पावर 2 आ जाएगी। क्लीयर हो गया बच्चे। अंडर रूट के अंदर अगर 10 की पावर आती है तो हमेशा ही ट्राई करो उन्होंने ईवन नंबर से बदल दो, चाहे -7 तो -6 बना दो, चाहे -7 तो -8 बना दो। गल क्लीयर होगी। सो अगे आ जाओ। हुण देखो 10 की पावर 3 10 की पावर 3 नाल कट्टिया गया। हुण 4 नूं x दे नाल मल्टीप्लाई कर दिता तो 4x, इनू जो इन्ना मल्टीप्लाई किया 8 3 = 24, 3x आ 3x। सो इत्थों असी x की वैल्यू निकाल ली। दिस इज़ द फाइनल आंसर। सो ये वर्गा सेम क्वेश्चन आ बच्चे 22 23 23 तक, ठीक है जी। सो आ 2 क्वेश्चन बिल्कुल ये नाल दे आ। सो आराम नाल ठंडे दिमाग नाल बैठ के दोनों क्वेश्चन डिस्कस करो, अपनी सॉल्व करके देखो और ट्राई करो कि एक न्यूमैरिकल के उपर मैक्सीमम 3 या 4 मिनट लगने चाहिए। इस तो ज़्यादा तुहाडा टाइम कंज्यूम जिहड़ा वेस्ट ना हुंदा होवे किसी न्यूमैरिकल के उपर, ठीक है जी। इसदा मतलब अगर जो तुसीं ज़्यादा टाइम लगा रहे हो तो तुहाडा 1.5 घंटा पेपर के विच टाइम घट जाएगा। सो ट्राई करो अपनी कैलकुलेशन नूं फास्ट करन दी, ठीक है जी। नाल दी नाल प्रैक्टिस भी करो, नाल दी नाल अपनी स्पीड भी मेनटेन करके रखो। 24th क्वेश्चन देखो, 24th क्वेश्चन वर्गा ही बच्चे सेम नैक्सट 25th क्वेश्चन है। सो 24th खुद ट्राई करके देखना, 25th एक्चुअली सॉल्व है। सो मैं इत्थों समझा दिंदी हाँ, ठीक है जी। सो फाइंड द टाइम टेकन बाय द पार्टिकल ऑफ मास। हुण बच्चे तुहानूं मास गिवन है 2 × 10⁻⁻18 kg एंड कैरीज अ करंट ऑफ 1.6 × 10⁻⁻19 कूलम, मतलब चार्ज गिवन है, क्यू गिवन है तुहानूं। टू फॉल थ्रू अ डिस्टेंस, डिस्टेंस मतलब कि तुहानूं आर गिवन है। इट्स योर विश, इन्होंने बुक ने एस नाल लिता होया, तुसीं जिन्ना लेना चाहते डिस्टेंस लै सकते हैं। यूनीफॉर्म इलैक्ट्रिक फील्ड इंटैंसिटी, इलैक्ट्रिक फील्ड इंटैंसिटी मतलब ई गिवन है। हुण असीं पता की करना, असीं टाइम पता करना।
ਹੁਣ ਪ੍ਰੋਬਲਮ ਇਹ ਆ ਕਿ +2 ਦੇ ਅੰਦਰ ਅਸੀਂ ਕੋਈ ਵੀ ਇਕੁਏਸ਼ਨ ਇੱਦਾਂ ਦੀ ਨਹੀਂ ਕੀਤੀ ਜਿੱਥੋਂ ਡਿਸਟੈਂਸ ਵੀ ਹੋਵੇ ਅਤੇ ਟਾਈਮ ਵੀ ਪਤਾ ਕਰ ਸਕਦੇ ਹੋਈਏ, ਬਟ ਅਸੀਂ +1 ਦੇ ਵਿੱਚ ਇਕੁਏਸ਼ਨ ਆਫ ਮੋਸ਼ਨ ਪੜ੍ਹ ਕੇ ਆ ਚੁੱਕੇ ਹਾਂ। ਕੀ ਪੜ੍ਹਿਆ ਸੀ? v = u + at, ਯਾਦ ਹੈ ਤੁਹਾਨੂੰ? v² - u² = 2as। ਲਾਸਟ ਵਨ ਸੀ s = ut + ½ at²। ਹੁਣ ਧਿਆਨ ਦਿਓ, ਇਹਦੇ ਵਿੱਚ ਸਾਨੂੰ s ਵੀ, ਡਿਸਟੈਂਸ ਵੀ ਗਿਵਨ ਆ, s ਵੀ ਗਿਵਨ ਆ, ਠੀਕ ਹੈ, ਮਾਸ ਗਿਵਨ ਆ ਅਤੇ q ਗਿਵਨ ਆ। ਸੋ ਆਹ ਵਾਲੀ ਜਿਹੜੀ ਫਾਰਮੂਲੇਜ਼ ਆ ਇਹਦੀ ਮਦਦ ਦੇ ਨਾਲ ਅਸੀਂ ਟਾਈਮ ਪਤਾ ਕਰ ਸਕਦੇ। ਆਹ ਇਕੁਏਸ਼ਨ ਲਾ ਨਹੀਂ ਸਕਦੇ ਕਿਉਂਕਿ ਇਹ 'ਚ ਟਾਈਮ ਹੈ ਨਹੀਂ, ਇਹ ਤਾਂ ਮਤਲਬ ਆਹ ਵਾਲਾ ਫਾਰਮੂਲਾ ਹੀ ਅਪਲਾਈ ਕਰਾਂਗੇ। ਸੋ ਐਕਸਲਰੇਸ਼ਨ ਜਿਹੜਾ ਸਾਡੀ ਇਲੈਕਟ੍ਰਿਕ ਫੀਲਡ ਦੇ ਅੰਦਰ ਆ ਉਹ ਕਿੰਨਾ ਹੁੰਦਾ ਆ? QE / m। ਸੋ ਆ ਤੁਹਾਡੀ ਐਕਸਲਰੇਸ਼ਨ ਆ। ਸੋ ਅਸੀਂ ਵੈਲਿਊਜ਼ ਪੁੱਟ ਕਰਨੀਆਂ ਸਟਾਰਟ ਕੀਤੀਆਂ। s = ut + ½ at²। ਇਨੀਸ਼ੀਅਲ ਵੈਲੋਸਿਟੀ 0 ਹੋਏਗੀ ਤਾਂ u ਦੀ ਜਗ੍ਹਾ 'ਤੇ 0 ਆ ਗਿਆ, ਹਾਫ a ਦੀ ਜਗ੍ਹਾ 'ਤੇ QE/m × t। ਇੱਥੋਂ ਬੱਚੇ t ਨਿਕਾਲ ਲਿਆ। ਬਾਕੀ ਸਾਰੀਆਂ ਵੈਲਿਊਜ਼ ਸਾਨੂੰ ਗਿਵਨ ਆ, ਜਸਟ ਵੈਲਿਊਜ਼ ਪੁੱਟ ਕਰੋ ਅਤੇ ਸੋਲਵ ਕਰੋ। ਈਜ਼ੀ ਕੁਐਸਚਨ ਆ, ਸਿਰਫ ਔਰ ਸਿਰਫ ਜਿਹੜਾ ਪੇਪਰ ਦੇ ਅੰਦਰ ਬੈਠ ਕੇ ਇਮੀਡੀਏਟਲੀ ਤੁਹਾਡੇ ਦਿਮਾਗ ਦੇ ਅੰਦਰ ਅਗਰ ਇਕੁਏਸ਼ਨ ਨਹੀਂ ਆਉਂਦੀ, ਕੋਈ ਫਾਰਮੂਲਾ ਨਹੀਂ ਆਉਂਦਾ, ਤਾਂ ਤੁਹਾਨੂੰ ਨਹੀਂ ਸਮਝ ਲੱਗੇਗਾ ਕਿ ਕਿੱਦਾਂ ਸੋਲਵ ਕਰਨਾ ਆ। ਅਗਰ ਤੁਸੀਂ ਇੱਕ ਵਾਰੀ ਸੋਲਵ ਕਰਕੇ ਗਏ ਹੋਵੋਗੇ ਤਾਂ ਡੈਫੀਨੇਟਲੀ ਬੱਚੇ ਪੇਪਰ ਦੇ ਅੰਦਰ ਬੈਠ ਕੇ, ਚਾਹੇ ਤੁਹਾਡੇ ਕੋਲ 24 ਘੰਟੇ ਹੀ ਆ ਪੜ੍ਹਨ ਦੇ ਲਈ, ਪੇਪਰ ਤੋਂ ਪਹਿਲਾਂ ਜਿਹੜੇ 24 ਤੁਸੀਂ ਸੌਣਾ ਵੀ ਆ, ਰੈਸਟ ਵੀ ਕਰਨੀ ਆ, ਠੀਕ ਆ। ਸੋ ਮੰਨ ਲਓ 12 ਘੰਟੇ ਜਾਂ 14 ਘੰਟੇ ਹੀ ਆ, ਤਾਂ ਜੇ ਤੁਸੀਂ ਹੁਣ ਪ੍ਰੈਕਟਿਸ ਕਰ ਲਓਗੇ ਤਾਂ ਪੇਪਰ ਦੇ ਅੱਗੇ ਜਸਟ ਇੱਕ ਵਾਰੀ ਨਿਗਾਹ ਮਾਰਨ ਦੀ ਜ਼ਰੂਰਤ ਹੋਏਗੀ। ਸੋ ਹੁਣ ਬੈਠ ਕੇ ਸੋਲਵ ਜ਼ਰੂਰ ਕਰ ਲੈਣਾ, ਠੀਕ ਹੈ। ਸੇਮ ਕੁਐਸਚਨ ਨੰਬਰ 26 ਆ, ਬੱਚੇ ਸੋਲਵ ਜ਼ਰੂਰ ਕਰ ਲੈਣਾ ਅਤੇ ਵੀਡੀਓ ਸੈਕਸ਼ਨ ਦੇ ਵਿੱਚ, ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਣਾ ਕਿ ਮੈਮ ਆਈ ਹੈਵ ਡਨ ਮਾਈ ਨੂਮੈਰੀਕਲਸ ਜਾਂ ਆਈ ਹੈਵ ਡਨ ਮਾਈ ਹੋਮਵਰਕ। ਸੋ ਮੈਨੂੰ ਪਤਾ ਲੱਗ ਜਾਏਗਾ ਕਿ ਕਿੰਨੇ ਸਟੂਡੈਂਟਸ ਨੇ ਖੁਦ ਨੂਮੈਰੀਕਲ ਸੋਲਵ ਕਰਕੇ ਦੇਖਿਆ। ਤੁਹਾਡੇ ਵਿੱਚੋਂ ਬੱਚੇ ਕਾਫੀ +2 ਦੇ ਬੱਚੇ ਇੱਦਾਂ ਦੇ ਆ ਜਿਹੜੇ ਇਨਡਾਇਰੈਕਟ ਵੇ ਨਾਲ ਕਹਿ ਲਓ ਕਿ ਉਹ ਬੱਚਿਆਂ ਦੇ ਮੈਸੇਜ ਦੀ ਮੈਨੂੰ ਉਡੀਕ ਹੁੰਦੀ ਆ ਕਿ ਇਹ ਬੱਚੇ ਕਮੈਂਟ ਕਰਨਗੇ ਜਾਂ ਇਹ ਬੱਚੇ ਦੱਸਣਗੇ ਵੀ ਇਹਨਾਂ ਦਾ ਜਿਹੜਾ ਹੋਮਵਰਕ ਆ ਉਹ ਹੋ ਗਿਆ ਆ ਜਾਂ ਇਹਨਾਂ ਦੇ ਵਿੱਚ ਕੋਈ ਪ੍ਰੋਬਲਮ ਤਾਂ ਨਹੀਂ ਹੈ ਜਾਂ ਕੁਛ ਵੀ ਆ। ਤੁਹਾਡੇ ਵਿੱਚੋਂ ਕਾਫੀ ਇੱਦਾਂ ਦੇ ਸਟੂਡੈਂਟਸ ਆ, ਤੁਹਾਡੀ ਆਈਡੀਜ਼ ਦੇ ਨੇਮ ਹੀ ਮੈਨੂੰ ਪਤਾ ਆ, ਤੁਹਾਡਾ ਰੀਅਲ ਨੇਮ ਨਹੀਂ ਪਤਾ। ਸੋ ਮੈਂ ਦੇਖਦੀ ਹੁੰਦੀ ਹਾਂ ਵੀ ਆਹ ਬੱਚੇ ਨੇ ਅੱਜ ਵੀਡੀਓ ਦੇਖ ਲਈ, ਲਾਈਕ 2-3 ਬੱਚੇ ਆ, ਲਾਈਕ ਹਰਪ੍ਰੀਤ ਆ, ਨੀਰੂ ਆ, ਠੀਕ ਹੈ, 2-3 ਹੈਗੇ ਬੱਚੇ ਜਿਨ੍ਹਾਂ ਦਾ ਮੈਨੂੰ ਰੋਜ਼ ਕਹਿ ਲਓ ਉਡੀਕ ਹੁੰਦੀ ਆ ਵੀ ਇਹ ਬੱਚੇ ਡੈਫੀਨੇਟਲੀ ਕਮੈਂਟ ਕਰਨਗੇ ਜਾਂ ਦੱਸਣਗੇ ਵੀ ਇਹਨਾਂ ਦਾ ਜਿਹੜਾ ਹੋਮਵਰਕ ਆ ਹੋ ਗਿਆ ਜਾਂ ਇਹਨਾਂ ਨੂੰ ਕਿਸੇ 'ਚ ਕੋਈ ਪ੍ਰੋਬਲਮ ਆਈ ਆ। ਸੋ ਚਲੋ 26 ਤੁਹਾਡਾ ਹੋਮਵਰਕ ਆ, ਖੁਦ ਟਰਾਈ ਕਰਨਾ। ਸੋ ਬੱਚੇ ਕੁਐਸਚਨ ਨੰਬਰ 27 ਦੇਖੋ, ਕੈਲਕੂਲੇਟ ਫੋਰਸ ਔਨ ਇਲੈਕਟ੍ਰੋਨ ਇਨ ਅ ਯੂਨੀਫਾਰਮ ਇਲੈਕਟ੍ਰਿਕ ਫੀਲਡ, ਨਾਓ ਵੀ ਹੈਵ ਟੂ ਫਾਈਂਡ ਫੋਰਸ। ਹੁਣ ਬੱਚੇ ਕਾਫੀ ਬੱਚਿਆਂ ਨੇ ਕਹਿਣਾ ਕਿ ਮੈਮ ਇੱਥੇ 1/4πε0 Q1 Q2 / r² ਵਾਲਾ ਫਾਰਮੂਲਾ ਕਿਉਂ ਨਹੀਂ ਲੱਗਿਆ? ਬਿਕੋਜ਼ ਇੱਥੇ ਇਲੈਕਟ੍ਰਿਕ ਫੀਲਡ ਸਾਨੂੰ ਗਿਵਨ ਆ, E ਗਿਵਨ ਹੈ ਡਿਊ ਟੂ ਨੌਰਥ। ਸੋ ਸਾਨੂੰ E ਗਿਵਨ ਹੈ, Q ਦੀ ਵੈਲਿਊ ਸਾਨੂੰ ਪਤਾ ਹੁੰਦੀ ਆ। ਬੱਚੇ ਅਸੀਂ ਹਮੇਸ਼ਾ ਫਾਰਮੂਲਾ ਉਹ ਲਗਾਉਣਾ ਆ ਜਿਹਦੀ ਡਾਟਾ ਜਿਹੜਾ ਵੈਲਿਊਜ਼ ਆ ਸਾਨੂੰ ਨੂਮੈਰੀਕਲ ਦੇ ਅੰਦਰ ਗਿਵਨ ਹੋਵੇ। ਸੋ ਸਾਨੂੰ E ਗਿਵਨ ਹੈ, ਦੈਟ ਇਜ਼ ਵਾਈ ਅਸੀਂ ਫੋਰਸ ਪਤਾ ਕਰਨਾ। ਸਾਡੇ ਕੋਲ ਫੋਰਸ ਦੇ 2 ਫਾਰਮੂਲੇ ਆ, QE ਔਰ ਸੈਕਿੰਡ ਵਨ 1/4πε0 Q1 Q2 / r²। ਨਾ ਤਾਂ ਬੱਚੇ ਸਾਨੂੰ ਇੱਥੇ ਡਿਸਟੈਂਸ ਦੀ ਗੱਲ ਕੀਤੀ ਗਈ ਹੈ, ਇਸ ਕਰਕੇ ਅਸੀਂ ਸਿੱਧਾ ਫਾਰਮੂਲਾ ਲਗਾਵਾਂਗੇ F = QE। ਵੈਲਿਊਜ਼ ਪੁੱਟ ਕੀਤੀਆਂ ਤਾਂ ਉਹਨੂੰ ਸੋਲਵ ਕਰ ਦਿੱਤਾ। ਕੁਐਸਚਨ ਨੰਬਰ 28 ਬੱਚੇ ਤੁਹਾਡੇ ਪੇਪਰ ਦੇ ਵਿੱਚ ਵੀ ਆਇਆ ਸੀ। ਸੋ ਸਿੰਪਲ ਕੁਐਸਚਨ ਆ, ਬਸ ਇੱਥੇ ਯੂਰੇਨੀਅਮ ਦਾ ਨਿਊਕਲੀਅਸ ਜਿਹੜਾ ਆ, ਚਾਰਜ ਜਿਹੜਾ ਆ ਉਹ ਗਿਵਨ ਆ। ਸੋ Q ਦੀ ਜਗ੍ਹਾ 'ਤੇ ਅਸੀਂ ਕੀ ਲਿਖ ਦੇਣਾ? NE। ਅਕੋਰਡਿੰਗ ਟੂ ਕੁਆਂਟਾਈਜੇਸ਼ਨ ਆਫ ਚਾਰਜ Q ਕਿਹਦੇ ਇਕੁਅਲ ਹੈ? NE। N ਦੀ ਵੈਲਿਊ ਤੁਹਾਨੂੰ ਗਿਵਨ ਆ 92 ਔਰ E ਦੀ ਵੈਲਿਊ 1.6 × 10⁻⁻19। ਸੋ Q ਦੀ ਵੈਲਿਊ ਤੁਸੀਂ ਆ ਪੁੱਟ ਕਰਨੀ ਆ। ਕਲੀਅਰ ਹੋ ਗਿਆ ਜੀ? ਸੋ ਸੋਲਵ ਕਰਕੇ ਦੇਖ ਲੈਣਾ। ਈਜ਼ੀ ਕੁਐਸਚਨ ਆ, ਇੰਪੋਰਟੈਂਟ ਕੁਐਸਚਨ ਆ ਔਰ ਤੁਸੀਂ ਖੁਦ ਟਰਾਈ ਕਰ ਸਕਦੇ ਆ। ਸੋ ਬੱਚੇ ਇਸ ਵੀਡੀਓ ਦੇ ਵਿੱਚ, ਅੱਜ ਦੀ ਇਸ ਵੀਡੀਓ ਦੇ ਵਿੱਚ ਇੱਥੇ ਤੱਕ ਹੀ ਕੁਐਸਚਨ ਕਰਦੇ ਹਾਂ ਆਪਾਂ। ਨੈਕਸਟ ਜਿਹੜੇ ਕੁਐਸਚਨ ਆ ਬੱਚੇ ਨੈਕਸਟ ਵੀਡੀਓ ਦੇ ਵਿੱਚ ਕਰਾਂਗੇ, ਕਿਉਂਕਿ ਅੰਡਰਸਟੈਂਡਿੰਗ ਕੁਐਸਚਨ ਵੀ ਇਸ ਵੀਡੀਓ ਦੇ ਵਿੱਚ ਹੈ ਔਰ ਐਪਲੀਕੇਸ਼ਨ ਬੇਸਡ ਕੁਐਸਚਨ ਵੀ ਇਸ ਵੀਡੀਓ ਦੇ ਵਿੱਚ। ਸੋ ਨੈਕਸਟ ਵੀਡੀਓ ਦੇ ਵਿੱਚ ਬੱਚੇ ਅਸੀਂ ਐਪਲੀਕੇਸ਼ਨ ਬੇਸਡ ਜਿਹੜੇ ਨੂਮੈਰੀਕਲਸ ਆ, MCQs ਆ ਉਹ ਡਿਸਕਸ ਕਰਾਂਗੇ। ਸੋ ਵੀਡੀਓ ਨੂੰ ਬੱਚੇ ਮੈਕਸਿਮਮ ਸ਼ੇਅਰ ਕਰ ਦਿਓ, ਲਾਈਕ ਕਰਨਾ ਨਾ ਭੁੱਲਣਾ ਔਰ ਸਬਸਕ੍ਰਾਈਬ ਕਰਨਾ ਤਾਂ ਬਿਲਕੁਲ ਨਾ ਭੁੱਲਣਾ। ਥੈਂਕ ਯੂ ਸੋ ਮਚ।